ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਪ੍ਰੈਜ਼ੈਂਟਸ ਬਿਜ਼ਨਸ ਕਨਕਲੇਵ 2021 ਦੇ ਵਿੱਚ ਸਵਾਗਤ ਹੈ ਤੁਹਾਡਾ। ਮੈਂ ਹਾਂ ਤੁਹਾਡੇ ਨਾਲ ਨਵਜੋਤ ਕੌਰ। ਬਿਜ਼ਨਸ ਕਨਕਲੇਵ 2021 ਦੇ ਵਿੱਚ ਅਸੀਂ ਕੋਵਿਡ ਕਾਲ ਤੋਂ ਬਾਅਦ ਰਿਕਵਰ ਕਰ ਰਹੀਆਂ ਇੰਡਸਟਰੀਜ਼ ਦਾ ਜ਼ਿਕਰ ਕਰ ਰਹੇ ਹਾਂ। ਹੈਲਥ ਸੈਕਟਰ ਸਣੇ ਵੱਖ-ਵੱਖ ਖੇਤਰਾਂ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਤੇ ਚਰਚਾ ਕਰ ਰਹੇ ਹਾਂ। ਇਸ ਦੌਰਾਨ ਸਾਡਾ ਪਲਾਨ ਇਹ ਵੀ ਹੈ ਕਿ ਅਰਥ ਵਿਵਸਥਾ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਦੇ ਲਈ ਇੱਕ ਰੋਡ ਮੈਪ ਤੇ ਚਰਚਾ ਹੋਣੀ ਜ਼ਰੂਰੀ ਹੈ। ਬਿਜ਼ਨਸ ਕਨਕਲੇਵ ਦੇ ਇਸ ਸੈਗਮੈਂਟ ਹੁਣ ਤੱਕ ਦਾ ਸਫ਼ਰ ਅੱਗੇ ਦੀ ਰਾਹ ਦ ਫਿਊਚਰ ਆਫ ਇੰਡਸਟਰੀਜ਼ ਦੇ ਵਿੱਚ ਗੱਲ ਕਰਾਂਗੇ ਉਦਯੋਗ ਜਗਤ ਦੇ ਭਵਿੱਖ ਦੀ, ਕੋਵਿਡ ਤੋਂ ਬਾਅਦ ਪੇਸ਼ ਆ ਰਹੀਆਂ ਚੁਣੌਤੀਆਂ ਦੀ ਤੇ ਇਹਨਾਂ ਚੁਣੌਤੀਆਂ ਦੇ ਹੱਲ ਦੀ। ਸੋ ਫॉर ਦਿਸ ਸੈਗਮੈਂਟ ਲੈਟ ਮੀ ਇਨਵਾਈਟ ਮਾਈ ਕੋਲੀਗ ਗੌਰਵ ਸ਼ੁਕਲਾ along with our experts Mr. Upkar Singh Ahuja, who is the Chief cum Managing Director of New Swan Group of Companies and is also the President of Chamber and Industrial and Commercial Undertaking. Our next guest is Mr. Jagtar Singh, who is the MD of Gurbaz Agriculture Works, Patiala. Over to you, Gaurav. ਸ਼ੁਕਰੀਆ, ਧੰਨਵਾਦ ਨਵਜੋਤ। ਤਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਬਿਜ਼ਨਸ ਕਨਕਲੇਵ 2021 ਦੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਨਿਊ ਸਵੈਨ ਗਰੁੱਪ ਆਫ ਕੰਪਨੀਜ਼ ਦੇ CMD ਉਪਕਾਰ ਸਿੰਘ ਆਹੂਜਾ ਜੀ ਅਤੇ ਗੁਰਬਾਜ ਐਗਰੀਕਲਚਰ ਵਰਕਸ ਪਟਿਆਲਾ ਦੇ MD ਜਗਤਾਰ ਸਿੰਘ ਜੀ ਜੁੜ ਰਹੇ ਨੇ। ਬਹੁਤ-ਬਹੁਤ ਸਵਾਗਤ ਹੈ ਆਹੂਜਾ ਜੀ ਤੁਹਾਡਾ ਵੀ ਤੇ ਜਗਤਾਰ ਜੀ ਤੁਹਾਡਾ ਵੀ। ਥੈਂਕ ਯੂ ਵੈਰੀ ਮਚ ਜੀ। ਥੈਂਕਸ ਫॉर ਇਨਵਾਈਟਿੰਗ ਮੀ। ਹਾਂਜੀ, ਥੈਂਕ ਯੂ ਜੀ ਗੌਰਵ ਜੀ। ਸਰ, ਸ਼ੁਰੂਆਤ ਕਰਦੇ ਹਾਂ ਐਗਰੀਕਲਚਰ ਇੰਡਸਟਰੀ ਦਾ। ਅੱਜ ਅਸੀਂ ਜ਼ਿਕਰ ਕਰਾਂਗੇ। ਦੇਖੋ, ਬਹੁਤ ਸਾਰੀਆਂ ਚੀਜ਼ਾਂ ਪਿਛਲੇ ਕੁਝ ਸਮੇਂ 'ਚ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਐਗਰੀਕਲਚਰ ਇੰਡਸਟਰੀ ਦਾ ਮੈਂ ਜ਼ਿਕਰ ਕਰਾਂ ਤਾਂ ਵੱਡੇ ਬਦਲਾਅ ਵੀ ਨਜ਼ਰ ਆ ਰਹੇ ਨੇ। ਖੇਤੀ ਦੇ ਤਰੀਕਿਆਂ ਤੋਂ ਲੈ ਕੇ ਟੈਕਨੀਕ ਤੱਕ ਐਗਰੀ ਇੱਕ ਵੱਡੀ ਇੰਡਸਟਰੀ ਅਸੀਂ ਸਾਰੇ ਜਾਣਦੇ ਹਾਂ ਤੇ ਮੌਜੂਦਾ ਸਮੇਂ ਦੇ ਵਿੱਚ ਬਦਲਾਅ ਲਾਜ਼ਮੀ ਤੌਰ ਤੇ ਭਵਿੱਖ ਦਾ ਰਾਹ ਵੀ ਤਿਆਰ ਕਰਨਗੇ। ਸਰ, ਮੇਰਾ ਸਵਾਲ ਇਹ ਹੈ ਕਿ ਤੁਸੀਂ ਇਹਨਾਂ ਬਦਲਾਵਾਂ ਨੂੰ, ਇਹਨਾਂ ਚੇਂਜਸ ਨੂੰ ਕਿਵੇਂ ਦੇਖਦੇ ਹੋ ਕਿ ਇਹ ਕਿਵੇਂ ਇੰਪੈਕਟ ਕਰਨਗੇ ਇਹ ਚੇਂਜਸ ਫਿਊਚਰ ਦੇ ਵਿੱਚ ਪੂਰੀ ਇੰਡਸਟਰੀ ਦੇ ਉੱਤੇ? ਐਗਰੀਕਲਚਰ ਇੰਡਸਟਰੀ ਇੱਕ ਤਾਂ ਕੋਵਿਡ ਵਿੱਚੋਂ ਅਸੀਂ ਹੁਣੇ ਨਿਕਲ ਕੇ ਆਏ ਆ ਜਾਂ ਲੋਕਡਾਊਨ ਕੁਝ ਘਟਿਆ, ਪੂਰੀ ਤਰ੍ਹਾਂ ਦਾ ਨਹੀਂ ਨਿਕਲੇ, ਪਰ ਜਿਹੜੀ COVID-19 ਦਾ ਜਿੰਨਾ ਵੀ ਲੋਕਡਾਊਨ ਰਿਹਾ ਉਹਦੇ ਦੌਰਾਨ ਇੰਡਸਟਰੀ ਨੂੰ ਮਤਲਬ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਮੈਂ ਸਮਝਦਾ ਵੀ ਇੰਡਸਟਰੀ ਨੇ ਕਾਫੀ ਜ਼ਿਆਦਾ ਇਹਦੇ ਲਈ ਮਿਹਨਤ ਕੀਤੀ ਹੈ। ਬਾਕੀ ਜਿਹੜੀ ਐਗਰੀਕਲਚਰ ਇੰਡਸਟਰੀ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਰਿਹਾ। ਮੈਂ ਐਗਰੀਕਲਚਰ ਮਸ਼ੀਨਰੀ ਦੀ ਜੇ ਗੱਲ ਕਰਾਂ, ਇੱਕ ਤਾਂ ਇੰਡਸਟਰੀ ਵੱਡੇ ਟਰੈਕਟਰ ਵੱਲ ਜਾ ਰਹੀ ਹੈ ਜੀ। ਪਹਿਲਾਂ ਜਿਹੜਾ ਐਵਰੇਜ ਟਰੈਕਟਰ ਸੀ ਉਹ 55 HP ਦਾ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਬੜਾ ਕਾਮਨ ਸੀ। ਉਹ ਹੁਣ ਵੱਧ ਕੇ ਵੱਡੇ ਟਰੈਕਟਰ ਜਿਵੇਂ 75 HP 90 ਹਾਰਸ ਪਾਵਰ ਉਹਦਾ ਦੌਰ ਆ ਰਿਹਾ। ਔਰ ਦੂਸਰੇ ਪਾਸੇ ਜਿਹੜੇ ਇੱਕ ਬਹੁਤ ਛੋਟੇ ਟਰੈਕਟਰ ਹੈ, ਜਿਹੜੇ ਅਸੀਂ ਕਹਿ ਸਕਦੇ ਹਾਂ 25 ਹਾਰਸ ਪਾਵਰ ਤੋਂ ਥੱਲੇ ਵਾਲੇ ਟਰੈਕਟਰ ਹੈ, ਉਹਨਾਂ ਦੀ ਵੀ ਡਿਮਾਂਡ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ। ਕਿਉਂਕਿ ਹੁਣ ਅੱਜ ਦੀ ਤਰੀਕ ਵਿੱਚ ਜਿਹੜੇ ਬਹੁਤ ਛੋਟੇ ਫਾਰਮਰ ਹੈ ਪੰਜਾਬ ਤੋਂ ਬਾਹਰ, ਉਹ ਜਿਹੜੀ ਖੇਤੀ ਹੈ ਉਹ ਪ੍ਰੈਫਰ ਕਰਦੇ ਆ ਕਿ ਟਰੈਕਟਰ ਨਾਲ ਹੀ ਕੀਤੀ ਜਾਵੇ। ਔਰ ਇਹਦੇ ਨਾਲ ਹੀ ਜਿਹੜੀ ਅਸੀਂ ਐਗਰੀਕਲਚਰ ਮਸ਼ੀਨਰੀ ਹੈ ਉਹਦੇ ਅਕੋਰਡਿੰਗ ਸਾਨੂੰ ਐਗਰੀਕਲਚਰ ਮਸ਼ੀਨਰੀ ਡਿਜ਼ਾਈਨ ਕਰਨੀ ਪੈਂਦੀ ਹੈ। ਔਰ ਜਿਹੜਾ ਫਾਰਮਰ ਹੈ ਜਾਂ ਜਿਹੜਾ ਯੂਜ਼ਰ ਹੈ ਉਹਦੀਆਂ ਵੀ ਐਕਸਪੈਕਟੇਸ਼ਨਸ ਕਾਫੀ ਵੱਧ ਗਈਆਂ ਕਿ ਜਿੱਦਾਂ ਕਿ ਟਰੈਕਟਰਸ ਵਿੱਚ ਐਡਵਾਂਸਮੈਂਟ ਹੋਈ ਹੈ, ਉਹ ਇਹ ਚਾਹੁੰਦਾ ਹੈ ਕਿ ਜਿਹੜੀ ਸਾਡੀ ਐਗਰੀਕਲਚਰ ਮਸ਼ੀਨਰੀ ਹੈ ਉਹ ਵੀ ਐਡਵਾਂਸ ਸਟੇਜ ਦੀ ਹੋਵੇ। ਮੈਨੂੰ ਖੇਤੀ ਦੇ ਵਿੱਚ ਕੰਮ ਕਰਨ ਦੌਰਾਨ ਜਾਂ ਉਹਦੇ 'ਚ ਪ੍ਰੋਸੈਸ ਕਰਨ ਦੇ ਦੌਰਾਨ ਕੋਈ ਵੀ ਉਹਦੇ 'ਚ ਬ੍ਰੇਕਡਾਊਨ ਨਾ ਹੋਵੇ ਔਰ ਮਸ਼ੀਨਾਂ ਸਮੂਥ ਚੱਲਣ, ਵਾਈਬ੍ਰੇਸ਼ਨ ਘੱਟ ਹੋਵੇ, ਐਸਥੈਟਿਕ ਲੁੱਕ ਅੱਛੀ ਹੋਵੇ। ਇਹ ਚੈਲੰਜ ਹੈ ਜਿਹੜੇ ਇੰਡਸਟਰੀ ਚੇਂਜ ਹੋ ਰਹੀ ਹੈ ਇਹਦੇ 'ਚ ਚੈਲੰਜ ਆ ਰਹੇ ਜੀ। ਸਰ, ਮੈਂ ਥੋੜਾ ਜਿਹਾ ਤੁਹਾਡੇ ਜਵਾਬ ਦੇ ਵਿੱਚੋਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਜੋ ਤੁਸੀਂ ਜ਼ਿਕਰ ਕੀਤਾ ਹੈ, ਛੋਟੇ ਟਰੈਕਟਰ ਵੱਡੇ ਟਰੈਕਟਰ। ਮਤਲਬ ਇਹ ਹੈ ਕਿ ਜੇ 2 ਏਕੜ ਜ਼ਮੀਨ ਹੈ ਤਾਂ ਉਹ ਛੋਟਾ ਟਰੈਕਟਰ ਡਿਮਾਂਡ ਹੈ, ਉਸ ਤਰੀਕੇ ਨਾਲ ਇੰਡਸਟਰੀ ਨੇ ਖੁਦ ਨੂੰ ਚੇਂਜ ਕੀਤਾ। ਇਹੀ ਹੋਇਆ ਕਿ ਕਿਸੇ ਕੋਲ ਵੱਡਾ ਫਾਰਮ ਹੈ ਤਾਂ ਉਹ ਵੱਡੇ ਟਰੈਕਟਰ ਅੱਜ ਯੂਜ਼ ਕਰ ਰਿਹਾ ਹੈ, ਯਾਨੀ ਕਿ ਜਿਸ ਨੂੰ ਜਿਵੇਂ ਦੀ ਜ਼ਰੂਰਤ ਹੈ। ਕਿਉਂਕਿ ਪਹਿਲਾਂ ਸੇਮ ਸਾਈਜ਼ ਦੇ ਟਰੈਕਟਰ ਸੀ, ਉਹ ਚਾਹੇ ਕੋਈ ਅੱਧਾ ਏਕੜ ਵਾਲਾ ਹੋਵੇ ਜਾਂ ਫਿਰ ਕੋਈ 50 ਏਕੜ ਵਾਲਾ ਹੋਵੇ। ਤਾਂ ਹੁਣ ਉਹ ਇੱਕ ਬਦਲਾਅ ਤੁਸੀਂ ਦੇਖ ਰਹੇ ਹੋ ਕਿ ਜਿੰਨੀ ਤੁਹਾਡੇ ਕੋਲ ਜ਼ਮੀਨ ਹੈ, ਜਿੰਨੀ ਤੁਸੀਂ ਖੇਤੀ ਕਰ ਰਹੇ ਹੋ, ਉਸ ਹਿਸਾਬ ਨਾਲ ਤੁਸੀਂ ਮਸ਼ੀਨਰੀ ਦੇ ਉੱਤੇ ਇਨਵੈਸਟ ਕਰੋ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਇਹ ਟਰੈਕਟਰ ਦੀ ਜਿੱਦਾਂ ਟਰੈਕਟਰ ਦੀ ਵੇਰੀਏਸ਼ਨ ਹੈ ਉਸ ਤਰ੍ਹਾਂ ਹੀ ਮਸ਼ੀਨਰੀ ਦੇ ਵਿੱਚ ਵੀ ਵੇਰੀਏਸ਼ਨ ਹੈ। ਟਰੈਕਟਰ ਦੇ ਅਕੋਰਡਿੰਗ ਮਸ਼ੀਨ ਦਾ ਸਾਈਜ਼ ਵੱਡਾ ਛੋਟਾ ਕਰਨਾ ਪੈਂਦਾ, ਉਹਦੇ ਜਿਹੜੇ ਵਰਕਿੰਗ ਆਪਰੇਟਰਸ ਹੈ ਉਹਦੇ ਅਕੋਰਡਿੰਗ ਚੇਂਜ ਕਰਨੇ ਪੈਂਦੇ ਆ। ਇਹ ਇੱਕ ਬੜਾ ਵੱਡਾ ਬਦਲਾਅ ਇੰਡਸਟਰੀ 'ਚ ਆ ਰਿਹਾ। ਜਗਤਾਰ ਜੀ, ਤੁਹਾਨੂੰ ਕੀ ਚੇਂਜਸ ਐਗਰੀਕਲਚਰ ਇੰਡਸਟਰੀ ਦੇ ਵਿੱਚ ਨਜ਼ਰ ਆਏ ਨੇ, ਜਿਹੜੇ ਚੇਂਜਸ ਜਿਹੜੇ ਫੇਸ ਕੀਤੇ ਨੇ ਪੂਰੀ ਇੰਡਸਟਰੀ ਨੇ ਇਸ ਕੋਵਿਡ ਦੇ ਦੌਰਾਨ, ਤੇ ਫਿਊਚਰ ਨੂੰ ਕਿਸ ਤਰੀਕੇ ਨਾਲ ਇੰਪੈਕਟ ਕਰ ਸਕਦੇ ਨੇ, ਇਫੈਕਟ ਕਰ ਸਕਦੇ ਨੇ ਜਿਹੜੇ ਚੇਂਜਸ ਪਿਛਲੇ 1 ਸਾਲ ਦੇ ਵਿੱਚ ਤੁਹਾਨੂੰ ਨਜ਼ਰ ਆਏ ਨੇ ਕੋਵਿਡ ਕਰਕੇ? ਗੌਰਵ ਜੀ, ਇਹਦੇ ਵਿੱਚ ਬਹੁਤ ਸਾਰੇ ਚੇਂਜਸ ਆਏ ਨੇ। ਬਿਲਕੁਲ ਹੀ ਜਿਵੇਂ
ਬਿਲਕੁਲ ਸਾਰਾ ਸੈਗਮੈਂਟ ਹੀ ਨਵਾਂ ਹੋ ਗਿਆ ਸਾਡਾ। ਇੰਡਸਟਰੀ ਦੇ ਵਿੱਚ ਜੋ ਚੀਜ਼ਾਂ ਸਾਨੂੰ ਰੈਗੂਲਰ ਚੱਲਦੀਆਂ ਸੀਗੀਆਂ ਉਸ ਤੋਂ ਬਿਲਕੁਲ ਹਟ ਕੇ ਅਸੀਂ ਇੱਕ ਨਵਾਂ ਹੀ ਆਪਣੀ ਇੰਡਸਟਰੀ ਨੂੰ ਰੂਪ ਦਿੱਤਾ। ਉਹਦੇ ਵਿੱਚ ਜਿੱਦਾਂ ਕਿ ਅਸੀਂ ਟਰਾਂਸਪੋਰਟੇਸ਼ਨ ਦਾ ਸਿਸਟਮ ਸਾਰਾ ਨੋਰਮਲ ਸਮੂਥ ਚੱਲ ਰਿਹਾ ਸੀਗਾ, ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆਈਆਂ। ਔਰ ਇੰਡਸਟਰੀ ਦੇ ਵਿੱਚ ਜਿਹੜੀ ਲੇਬਰ ਸੀ ਉਹਦੀਆਂ ਬਹੁਤ ਦਿੱਕਤਾਂ ਆਈਆਂ। ਔਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਕਿ ਲੱਗ ਰਿਹਾ ਹਜੇ 2-3 ਸਾਲ ਹੋਰ ਸਾਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਜਿੱਦਾਂ ਕਿ ਮਤਲਬ ਕਿ ਕੋਈ ਵੀ ਰੇਟ ਵਗੈਰਾ ਸੀਗੇ ਉਹ ਬਹੁਤ ਸਾਰੇ ਪਲੱਸ ਹੋ ਗਏ ਮਟੀਰੀਅਲ ਦੇ, ਤੇ ਐਦਾਂ ਸਾਨੂੰ ਹੋਰ ਵੀ ਇਸ ਤਰ੍ਹਾਂ ਦੇ ਸਾਹਮਣੇ ਕਰਨੇ ਪੈ ਰਹੇ ਨੇ ਜੀ। ਸਰ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਹੋ ਗਈਆਂ, ਇਸ ਨੂੰ ਕਿਸ ਐਂਗਲ ਦੇ ਨਾਲ ਦੇਖ ਰਹੀ ਹੈ ਪੂਰੀ ਇੰਡਸਟਰੀ? ਕਈ ਵਾਰ ਇਹ ਹੁੰਦਾ ਕਿ ਜਦੋਂ ਚੇਂਜਸ ਹੁੰਦੀਆਂ ਨੇ ਉਸ ਦੇ ਬੈਨੀਫਿਟਸ ਵੀ ਹੋ ਜਾਂਦੇ ਨੇ ਤੇ ਉਸ ਦੇ ਕਈ ਵਾਰ ਨੁਕਸਾਨ ਵੀ ਹੋ ਜਾਂਦੇ ਨੇ। ਕਿਵੇਂ ਇੰਡਸਟਰੀ ਜਾਂ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਚੇਂਜਸ ਨੂੰ? ਚੇਂਜਸ ਸਰ, ਜਿਹੜੇ ਬੈਨੀਫਿਟ ਵਾਲੇ ਪਾਸੇ ਤਾਂ ਕੋਈ ਇੰਡਸਟਰੀ ਨੂੰ ਕੋਈ ਨਹੀਂ ਲੱਗ ਰਿਹਾ। ਇਹਦੇ ਤੱਕ ਅਜੇ ਤੱਕ ਫਿਲਹਾਲ ਲਾਸ ਹੀ ਲੱਗ ਰਹੇ ਨੇ। ਇਹਦੇ ਵਿੱਚ ਜਿੱਦਾਂ ਬਾਹਰਲੇ ਸੂਬਿਆਂ ਤੋਂ ਕੋਈ ਵਪਾਰੀ ਆਉਂਦੇ ਸੀ ਸਾਡੇ ਕੋਲ ਡੀਲ ਕਰਨ, ਉਹ ਸਾਰੀ ਡੀਲ ਬੰਦ ਹੋ ਗਈਆਂ ਕਿਉਂਕਿ ਆਣ ਕੇ ਪ੍ਰੋਡਕਟ ਦੇਖਦੇ ਸੀਗੇ ਇੰਡਸਟਰੀ ਦੇ ਵਿੱਚ। ਆਣ ਕੇ ਉਹਨਾਂ ਨੇ ਇੰਡਸਟਰੀ ਦੇ ਦੇਖਣਾ ਹੁੰਦਾ ਸੀ ਵੀ ਜਿਹੜੀ ਇੰਡਸਟਰੀ ਨੂੰ ਅਸੀਂ ਪੈਸਾ ਲਗਾਉਣਾ ਹੈ ਉਹ ਇੰਡਸਟਰੀ ਦਾ ਸਿਸਟਮ ਕਿੱਦਾਂ ਦਾ ਹੈ, ਸੈਟਅਪ ਕਿੱਦਾਂ ਦਾ ਹੈ, ਉਹ ਸਾਰੀਆਂ ਬਿਲਕੁਲ ਹੀ ਬੰਦ ਹੋ ਗਿਆ। ਠੀਕ ਹੈ, ਅਸੀਂ ਉਹਨਾਂ ਨਾਲ ਡੀਲ ਕਰ ਸਕਦੇ ਹਾਂ, ਆਨਲਾਈਨ ਕਰ ਸਕਦੇ ਹਾਂ ਬੈਠ ਕੇ, ਪਰ ਜੋ ਇੰਡਸਟਰੀ ਦਾ ਉਹਨਾਂ ਨੇ ਸੈਟਅਪ ਦੇਖਣਾ ਉਹ ਚੀਜ਼ਾਂ ਨਹੀਂ ਦੇਖ ਸਕਦੇ ਉਹ, ਤੇ ਇਸ ਤਰ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ, ਲਗਾਤਾਰ ਆਪਾਂ ਉਹੀ ਜ਼ਿਕਰ ਕਰ ਰਹੇ ਹਾਂ ਕਿ ਕੋਵਿਡ ਕਰਕੇ ਫਾਇਦੇ ਤਾਂ ਸ਼ਾਇਦ ਕੋਈ ਉਹ ਹੋਵੇ ਜਿਹਨੂੰ ਹੋਇਆ ਹੋਏਗਾ, ਜ਼ਿਆਦਾ ਇੰਡਸਟਰੀਜ਼ ਨੂੰ ਨੁਕਸਾਨ ਹੀ ਹੋਇਆ। ਮੇਰਾ ਅਗਲਾ ਸਵਾਲ ਟੂਲਸ ਤੇ ਕੰਬਾਈਨ ਇੰਡਸਟਰੀ ਦੇ ਨਾਲ ਜੁੜਿਆ ਹੋਇਆ। ਜਗਤਾਰ ਜੀ, ਇਹ ਵੀ ਜਾਣਨਾ ਚਾਹੁੰਦਾ ਕਿ ਜਿਹੜੀਆਂ ਟੂਲਸ ਤੇ ਕੰਬਾਈਨਸ ਦੀਆਂ ਇੰਡਸਟਰੀਜ਼ ਨੇ ਉਹ ਕਿਸ ਤਰੀਕੇ ਨਾਲ ਇਫੈਕਟਡ ਨਜ਼ਰ ਆਈਆਂ ਨੇ ਇਸ ਪੂਰੇ ਕਰੋਨਾ ਕਾਲ ਦੇ ਦੌਰਾਨ। ਤੇ ਇਸ ਦੇ ਨਾਲ ਹੀ ਜੁੜਦਾ ਸਵਾਲ ਇਹ ਵੀ ਹੈ ਕਿ ਕਿਸ ਤਰੀਕੇ ਦੀ ਸਪੋਰਟ ਗਵਰਨਮੈਂਟ ਤੋਂ ਰਿਕਵਾਇਰਡ ਹੈ, ਕਿ ਸਰਕਾਰ ਕਿਸ ਤਰੀਕੇ ਨਾਲ ਇਸ ਇੰਡਸਟਰੀ ਦੀ ਸਪੋਰਟ ਕਰੇ ਤਾਂ ਕਿ ਰਿਵਾਈਵਲ ਦੇ ਵਾਲੇ ਪਾਸੇ ਜਾ ਸਕੀਏ, ਜਾਂ ਫਿਰ ਜੋ ਨੁਕਸਾਨ ਹੋਇਆ ਉਸ ਦੀ ਕਿਸੇ ਤਰੀਕੇ ਨਾਲ ਭਰਪਾਈ ਹੋ ਸਕੇ। ਸਰ, ਇਹਦੇ 'ਚ ਜਿਹੜੇ ਸਾਡੇ ਬਾਈਂਡਰ ਨੇ ਉਹਨਾਂ ਨੂੰ ਲੁਧਿਆਣਾ ਦੀ ਗੱਲ ਕਰੀਏ, ਜਿਵੇਂ ਸਭ ਤੋਂ ਵੱਡੀ ਹੱਬ ਜਿਹੜੀ ਹੈ ਲੁਧਿਆਣਾ ਹੈ, ਸਾਨੂੰ ਜੋ ਰਿਕੁਆਇਰਮੈਂਟ ਸਾਡੀ ਰਹਿੰਦੀ ਹੈ ਉਹਦੇ ਵਿੱਚ ਲੁਧਿਆਣਾ ਦੇ ਵਿੱਚੋਂ ਸਾਰੀ ਲੇਬਰ ਚਲੀ ਗਈ। ਉਹਨਾਂ ਨੂੰ ਲੋਕਲ ਲੇਬਰ ਰੱਖਣੀ ਪਈ, ਉਹ ਡਬਲ ਕਾਸਟ ਤੇ ਰੱਖਣੀ ਪਈ। ਉਹ ਸਾਡੇ ਜਿੰਨੇ ਵੀ ਟੂਲ ਸੀਗੇ ਕੰਬਾਈਨ ਦੇ ਵਿੱਚ ਲੱਗਣ ਵਾਲੇ, ਜਿੰਨੇ ਵੀ ਕੰਪੋਨੈਂਟ ਸੀਗੇ, ਉਹ ਬਹੁਤ ਜ਼ਿਆਦਾ ਕਾਸਟਲੀ ਹੋ ਗਏ। ਕਾਸਟਲੀ ਹੋਣ ਕਰਕੇ ਅੱਗੇ ਜ਼ਿਮੀਂਦਾਰਾਂ ਨੂੰ, ਜਿਹੜੇ ਕਿਸਾਨ ਸੀਗੇ, ਉਹਨਾਂ ਨੂੰ ਜੋ ਅਸੀਂ ਆਰਡਰ ਫੜੇ ਹੋਏ ਸੀਗੇ ਸਾਨੂੰ ਉਸੇ ਰੇਟ ਤੇ ਮਸ਼ੀਨਾਂ ਦੇਣੀਆਂ ਪਈਆਂ, ਜਾਂ ਹੁਣ ਨਿਊ ਆਰਡਰ ਜਿਹੜੇ ਫੜ ਰਹੇ ਆ ਉਹ ਬਹੁਤ ਜ਼ਿਆਦਾ ਕਾਸਟ ਵੱਧ ਗਈ ਹੈ, ਜ਼ਿਮੀਂਦਾਰ ਉਹਨੂੰ ਐਕਸੈਪਟ ਨਹੀਂ ਕਰ ਪਾ ਰਹੇ। ਔਰ ਜਿਹੜੀ ਗੌਰਮੈਂਟ ਤੋਂ ਸਾਨੂੰ ਮਤਲਬ ਕਿ ਰਿਕੁਆਇਰਮੈਂਟ ਹੈ ਜੀ ਸਾਡੀ ਇੰਡਸਟਰੀ ਨੂੰ, ਫਸਟ ਨੰਬਰ ਤੇ ਸਾਡੀ ਜਿਹੜੀ ਐਗਰੀਕਲਚਰ ਇੰਡਸਟਰੀ ਹੈ ਭਾਰਤ ਦੀ ਨੰਬਰ 1, ਮਤਲਬ ਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਐਗਰੀਕਲਚਰ ਦੀ ਇੰਡਸਟਰੀ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹੈ। ਤਾਂ ਇਹਦੇ ਵਿੱਚ ਸਪੈਸ਼ਲ ਜੋ ਸਾਨੂੰ ਚਾਹੀਦਾ ਹੈ, ਪਹਿਲੇ ਨੰਬਰ ਤੇ ਤਾਂ ਬਿਜਲੀ ਘੱਟ ਰੇਟ ਤੇ ਦਿੱਤੀ ਜਾਏ, ਔਰ ਦੂਸਰੇ ਨੰਬਰ ਤੇ GST ਦੇ ਵਿੱਚ ਕੁਛ ਨਾ ਕੁਛ ਰਿਆਇਤਾਂ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਕਿਸਾਨ ਨੂੰ ਜੇ ਅਸੀਂ GST ਪਹਿਲਾਂ ਬਿਲਕੁਲ ਟੈਕਸ ਫ੍ਰੀ ਆਈਟਮ ਹੁੰਦੀ ਸੀ ਸਾਡੀ GST ਆਉਣ ਪਹਿਲਾਂ, ਔਰ GST ਲੱਗਣ ਦੇ ਨਾਲ ਕਾਸਟ ਇਫੈਕਟ ਹੋਇਆ ਜੀ। ਔਰ ਉਹਦੇ ਵਿੱਚ ਵੀ ਅਸੀਂ GST ਦੇ ਵਿੱਚ ਵੀ ਚਾਹੁੰਦੇ ਹਾਂ ਵੀ 12% ਤੋਂ 6% GST ਕਰੀ ਜਾਏ। ਔਰ ਦੂਸਰੀ ਜਿਹੜੀ ਇੰਡਸਟਰੀ ਨੂੰ ਬੈਨੀਫਿਟ ਹੈ, ਇੰਡਸਟਰੀ ਨੂੰ ਇਹ ਹੈ ਵੀ ਉਹਦੇ ਵਿੱਚ ਡਾਕੂਮੈਂਟੇਸ਼ਨ ਜਿਹੜੇ GST ਦੇ ਨੇ ਉਹ ਹੁਣ ਮੰਥਲੀ ਰਿਟਰਨ ਜਾਂਦੀ ਆ, ਉਹ ਸਾਡੀ ਕੁਆਟਰਲੀ ਰਿਟਰਨ ਕਰੀ ਜਾਏ। ਕੁਝ ਡਾਕੂਮੈਂਟੇਸ਼ਨ ਸਾਡੀ ਉਹਦੇ ਵਿੱਚ ਜੋ ਸਟਾਫ ਹੈ ਸਾਨੂੰ ਉਹ ਉਸ ਤਰੀਕੇ ਨਾਲ ਰਿਲੈਕਸ ਹੋ ਕੇ ਕੰਮ ਕਰ ਪਾਉਣ। ਔਰ ਦੂਸਰਾ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਇਸ ਮਸ਼ੀਨਰੀ ਦੇ ਉੱਤੇ, ਉਹ ਦਿੱਤੀ ਜਾ ਰਹੀ ਹੈ ਔਰ ਉਸ ਦੇ ਉੱਤੇ ਸਰਲ ਤਰੀਕੇ ਨਾਲ ਹੋਣੀ ਚਾਹੀਦੀ ਹੈ। ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਹੈ ਔਰ ਉਹ ਡਾਕੂਮੈਂਟੇਸ਼ਨ ਕਿਸਾਨ ਨਹੀਂ ਕਰ ਪਾ ਰਹੇ, ਕਿਉਂਕਿ ਕਿਸਾਨ ਜ਼ਿਆਦਾਤਰ ਪੇਂਡੂ ਹੋਣ ਕਰਕੇ ਜਿਹੜੀਆਂ ਆਨਲਾਈਨ ਸਿਸਟਮ ਕਰਿਆ ਹੈ ਉਹ ਡਿਪਾਰਟਮੈਂਟਾਂ ਵੱਲੋਂ ਕੋਈ ਸਾਨੂੰ ਫੈਸਿਲਿਟੀ ਨਹੀਂ ਮਿਲ ਰਹੀ ਹੈਗੀ, ਕਿਸਾਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲ ਰਹੀ ਹੈਗੀ। ਉਹ ਜਿਹੜੀ ਸਬਸਿਡੀ ਹੈ ਕਿਸਾਨ ਲੈ ਹੀ ਨਹੀਂ ਪਾ ਰਹੇ, ਗਵਰਨਮੈਂਟ ਸਬਸਿਡੀ ਦੇ ਰਹੀ ਹੈ ਉਹ ਲੈ ਨਹੀਂ ਪਾ ਰਹੇ। ਔਰ ਜਿਹੜੀ ਸੈਂਟਰ ਔਰ ਪੰਜਾਬ ਗਵਰਨਮੈਂਟ ਰਲ ਕੇ ਸਬਸਿਡੀ ਦਿੱਤੀ ਜਾ ਰਹੀ ਹੈ, ਕੁਝ ਸਾਲਾਂ ਤੋਂ ਦਿੱਤੀ ਜਾ ਰਹੀ ਹੈ, ਉਹ ਸਬਸਿਡੀ ਜਦੋਂ ਦੇਣੀ ਹੁੰਦੀ ਹੈ ਉਹਦੇ 'ਚ ਨੂੰ ਸੀਜ਼ਨ ਨਿਕਲ ਚੁੱਕਾ ਹੁੰਦਾ ਹੈ, ਅੱਗ ਲੱਗ ਚੁੱਕੀ ਹੁੰਦੀ ਹੈ, ਬਿਲਕੁਲ ਸੀਜ਼ਨ ਖਤਮ ਹੋ ਚੁੱਕਿਆ ਹੁੰਦਾ। ਉਸ ਤੋਂ ਬਾਅਦ 'ਚ ਜਦ ਗਵਰਨਮੈਂਟ ਸਬਸਿਡੀ ਦਿੰਦੀ ਹੈ ਉਹ ਜਿਹੜੀ ਪੇਮੈਂਟ ਆਉਂਦੀ ਆ ਉਹ ਮਤਲਬ ਕਿ ਕੋਈ ਕਿਸਾਨਾਂ ਦੇ ਕੰਮ ਨਹੀਂ ਆਉਂਦੀ ਹੈਗੀ। ਅਹੂਜਾ ਜੀ, ਸਵਾਲ ਇਹ ਵੀ ਹੈ ਕਿ ਖੇਤੀਬਾੜੀ ਇੰਡਸਟਰੀ ਦੇ ਵਿੱਚ ਵੀ ਵੱਖ-ਵੱਖ ਸੈਕਟਰਸ ਹੈਗੇ ਨੇ, ਤੁਸੀਂ ਟਰੈਕਟਰ ਦਾ ਜ਼ਿਕਰ ਕੀਤਾ, ਮੈਂ ਪੈਸਟੀਸਾਈਡ ਸੈਕਟਰ ਦਾ ਜ਼ਿਕਰ ਕਰ ਲਵਾਂ, ਕੰਬਾਈਨ ਇੰਡਸਟਰੀਜ਼ ਹੈਗੀ ਹੈ, ਬਹੁਤ ਵੱਡਾ ਇੱਕ ਰੋਜ਼ਗਾਰ ਦਾ ਸਾਧਨ ਹੈ, ਵੱਡੇ ਸੈਕਟਰਸ ਨੇ। ਇਹ ਸਾਰੇ ਸੈਕਟਰ ਕਿਵੇਂ ਇਫੈਕਟ ਹੋਏ ਨੇ
ਤੇ ਹੁਣ ਸਵਾਲ ਇਹ ਵੀ ਹੈ ਕਿ ਇਹਨਾਂ ਦਾ ਰਿਵਾਈਵਲ ਕਿਵੇਂ ਹੋਇਆ ਹੈ, ਕਿਵੇਂ ਹੋ ਰਿਹਾ ਹੈ, ਸਰਕਾਰਾਂ ਕੀ ਕਰ ਰਹੀਆਂ ਨੇ ਜਾਂ ਕਿਹੜੇ ਕਦਮ ਚੁੱਕੇ ਜਾ ਸਕਦੇ ਨੇ, ਕਿਉਂਕਿ ਜੋ ਮੈਂ ਜ਼ਿਕਰ ਕੀਤਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੀ ਹੈ ਇਹ ਇੰਡਸਟਰੀ, ਰੋਜ਼ਗਾਰ ਵੀ ਇਫੈਕਟ ਤਾਂ ਲਾਜ਼ਮੀ ਤੌਰ ਤੇ ਹੋਇਆ ਹੋਏਗਾ। ਦੇਖੋ ਕੋਵਿਡ ਦੌਰਾਨ ਜਦੋਂ ਸਟਾਰਟਿੰਗ ਤੇ ਲੋਕਡਾਊਨ ਹੋਇਆ ਉਦੋਂ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਪਿਆ। 20-22 ਮਾਰਚ ਦੇ ਕਰੀਬ ਲੋਕਡਾਊਨ ਹੋਇਆ ਸੀ ਔਰ ਅਪ੍ਰੈਲ ਮਈ ਇੰਡਸਟਰੀ ਸਲੋ ਡਾਊਨ ਰਹੀ, ਪਰ ਮਈ ਤੋਂ ਬਾਅਦ ਇੰਡਸਟਰੀ ਨੇ ਆਪਰੇਟ ਕਰਨਾ ਸ਼ੁਰੂ ਕਰ ਦਿੱਤਾ ਜੀ। ਔਰ ਇਹਦੇ ਵਿੱਚ ਇੰਡਸਟਰੀ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿੱਦਾਂ ਕਿ ਮੈਂ ਦੱਸਿਆ, ਪਰ ਮੈਂ ਚੈਂਬਰ ਵੱਲੋਂ ਔਰ ਬਾਕੀ ਐਸੋਸੀਏਸ਼ਨਾਂ ਵੱਲੋਂ ਅਸੀਂ ਸਰਕਾਰ ਨਾਲ ਇਹ ਐਗਰੀਮੈਂਟ ਕਰ ਲਿਆ ਕਿ ਜਿਹੜੀ ਐਸੈਂਸ਼ੀਅਲ ਕਮੋਡਿਟੀਜ਼ ਹੈ ਜਾਂ ਦੂਜੀ ਇੰਡਸਟਰੀ ਹੈ ਇਹਨੂੰ ਆਪਰੇਟ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਅਸੀਂ ਫੈਕਟਰੀ ਦੇ ਵਿੱਚ ਕੋਵਿਡ ਦਾ ਧਿਆਨ ਰੱਖਾਂਗੇ, ਜੋ ਕੋਵਿਡ ਗਾਈਡਲਾਈਨਸ ਹੈ ਉਹਦੇ ਅਕੋਰਡਿੰਗ ਵਰਕਰਸ ਦੀ ਟੈਂਪਰੇਚਰ ਚੈੱਕ ਕਰਾਂਗੇ ਜਾਂ ਸੈਨੀਟਾਈਜ਼ ਕਰਾਂਗੇ ਜੀ। ਔਰ ਇਹਦੇ ਨਾਲ ਕਾਫੀ ਸਾਨੂੰ ਈਜ਼ ਹੋ ਗਈ, ਅਸੀਂ ਆਪਣੀ ਪ੍ਰੋਡਕਸ਼ਨ ਕਰ ਪਾਏ ਔਰ ਉਹਦੇ ਅਕੋਰਡਿੰਗ ਅਸੀਂ ਆਪਣਾ ਮਟੀਰੀਅਲ ਸਪਲਾਈ ਕਰ ਪਾਏ ਔਰ ਇਹਦੇ ਕਰਕੇ ਹੀ ਜਿੰਨਾ ਵੀ ਹੈ ਸਾਡਾ ਕੰਮ ਪੂਰਾ ਹੋ ਸਕਿਆ। ਬਾਕੀ ਜਿਹੜੀ ਤੁਸੀਂ ਸਰਕਾਰੀ ਗੱਲ ਕੀਤੀ ਹੈ ਵੀ ਸਰਕਾਰ ਤੋਂ ਸਾਡੀ ਕੀ ਸਰਕਾਰ ਤੋਂ ਅਸੀਂ ਡਿਮਾਂਡ ਕਰਦੇ ਹਾਂ ਜੀ, ਕਿਉਂਕਿ ਐਗਰੀਕਲਚਰ ਮਸ਼ੀਨਰੀ ਇੱਕ ਏਦਾਂ ਦੀ ਇੰਡਸਟਰੀ ਹੈ ਵੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪ ਨਹੀਂ ਹੋ ਪਾਈ। ਹੁਣ ਪਿਛਲੇ 5-7 ਸਾਲਾਂ ਤੋਂ ਐਗਰੀਕਲਚਰ ਇੰਡਸਟਰੀ ਕਾਫੀ ਡਿਵੈਲਪ ਹੋ ਰਹੀ ਹੈ ਔਰ ਇਹ ਇੱਕ ਬੜਾ ਗਰੋਇੰਗ ਸੈਕਟਰ ਹੈ। ਆਉਣ ਵਾਲੇ ਟਾਈਮ ਜਿਹੜੀ ਐਗਰੀਕਲਚਰ ਮਸ਼ੀਨਰੀ ਦੀ ਇੰਡਸਟਰੀ ਹੈ ਜਾਂ ਜਿਹੜੀ, ਕਿਉਂਕਿ ਮਾਡਰਨ ਤਕਨੀਕ ਆ ਰਹੀ ਹੈ ਔਰ ਫਾਰਮਰ ਬੜਾ ਜ਼ਿਆਦਾ ਅਵੇਅਰ ਹੋ ਗਿਆ, ਫਾਰਮਰ ਵੀ ਚਾਹੁੰਦਾ ਵੀ ਮੈਂ ਮਾਡਰਨ ਖੇਤੀ ਕਰਾਂ, ਜਿਹੜੇ ਨਵੇਂ ਜਿੱਦਾਂ ਕਿ ਨਵੇਂ ਕੋਈ ਪ੍ਰੋਡਕਟਸ ਆਉਂਦੇ ਆ ਉਹਦੇ ਕਰਕੇ ਮੈਂ ਆਪਣੀ ਖੇਤੀ ਦੀ ਇਨਕਮ ਥੋੜੀ ਵਧਾਵਾਂ ਔਰ ਇਹਦੇ ਲਈ ਸਰਕਾਰ ਤੋਂ ਕਾਫੀ ਜ਼ਿਆਦਾ ਉਮੀਦ ਹੈ। ਇਹਦੇ ਵਿੱਚ ਇੱਕ ਤਾਂ ਜਿਹੜੇ ਐਗਰੀਕਲਚਰ ਇਕਵਿਪਮੈਂਟ ਹੈ ਇਹਦੇ ਵਿੱਚ ਸਰਕਾਰ ਨੇ ਇੱਕ ਪ੍ਰੋਡਕਸ਼ਨ ਇਨਸੈਂਟਿਵ ਸਕੀਮ ਲਿਆਂਦੀ ਹੈ, ਜਿੱਦਾਂ ਕਿ ਤੁਸੀਂ ਪਿੱਛੇ ਅਖਬਾਰ 'ਚ ਪੜ੍ਹਿਆ ਹੋਏਗਾ ਵੀ 40,000 ਕਰੋੜ ਦੇ ਇਨਸੈਂਟਿਵ, ਪ੍ਰੋਡਕਸ਼ਨ ਇਨਸੈਂਟਿਵ ਅਸੀਂ ਇਹਨੂੰ ਦਿੱਤੇ ਹੈ। ਜਿਹੜਾ ਆਪਣਾ ਸੈਕਟਰ ਹੈ ਟੈਲੀਕਾਮ ਸੈਕਟਰ, ਮੋਬਾਈਲ ਸੈਕਟਰ ਹੈ, ਮੋਬਾਈਲ ਮੈਨੂਫੈਕਚਰਿੰਗ ਨੂੰ ਦਿੱਤੇ ਹੈ ਔਰ ਇਸ ਤਰ੍ਹਾਂ ਹੀ 12 ਸੈਕਟਰਸ ਨੂੰ ਹੋਰ ਉਹਨਾਂ ਨੇ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਦੇਣੇ ਆ। ਮੈਂ ਇੱਕ ਤਾਂ ਸਰਕਾਰ ਤੋਂ ਅਸੀਂ ਰਿਕੁਐਸਟ ਕਰਦੇ ਹਾਂ ਵੀ ਇਹ ਜਿਹੜੇ ਇਨਸੈਂਟਿਵ ਹੈ ਐਗਰੀਕਲਚਰ ਮਸ਼ੀਨਰੀ ਨੂੰ ਜ਼ਰੂਰ ਦਿੱਤੇ ਜਾਣ ਜੀ। ਆਹੂਜਾ ਜੀ, ਇੱਕ ਇਹ ਵੀ ਕਿਹਾ ਜਾਂਦਾ ਕਿ ਅੱਜ ਦਾ ਦੌਰ ਤਕਨੀਕ ਦਾ ਯੁੱਗ ਹੈ, ਖੇਤੀਬਾੜੀ ਤੇ ਇਸ ਦੇ ਨਾਲ ਜੁੜੀ ਇੰਡਸਟਰੀ ਨੂੰ ਆਧੁਨਿਕੀਕਰਨ ਦੀ ਜ਼ਰੂਰਤ ਹੈ। ਮੈਂ ਇਸ ਦੇ ਉੱਤੇ ਤੁਹਾਡਾ ਟੇਕ ਚਾਹੂੰਗਾ, ਕਿਉਂਕਿ ਪਰਾਲੀ ਸਾੜਨ ਦਾ ਮੁੱਦਾ ਹੋਵੇ ਜਾਂ ਰਿਟਰਨ ਆਫ ਇਨਵੈਸਟਮੈਂਟਸ ਵਰਗੇ ਇਸ਼ੂਜ਼ ਹੋਣ, ਉਸ ਨੂੰ ਹੱਲ ਕਰਨ ਦੇ ਲਈ ਇਹ ਕਿਹਾ ਜਾ ਰਿਹਾ ਕਿ ਮਾਡਰਨਾਈਜੇਸ਼ਨ ਦੇ ਵੱਲ ਸਾਨੂੰ ਵਧਣਾ ਹੋਏਗਾ। ਸਰਕਾਰ ਇਸ ਬਾਰੇ ਕੀ ਕਰ ਸਕਦੀ ਹੈ ਜਾਂ ਕੀ ਕਰ ਰਹੀ ਹੈ? ਮੈਂ ਤੁਹਾਡਾ ਇਸ ਦੇ ਉੱਤੇ ਟੇਕ ਜ਼ਰੂਰ ਚਾਹੁੰਦਾ, ਕਿਉਂਕਿ ਟੈਕਨੀਕ ਦਾ ਬਹੁਤ ਵੱਡਾ ਰੋਲ ਆਮ ਤੌਰ ਤੇ ਕਿਹਾ ਜਾਂਦਾ ਕਿ ਅੱਜ ਦੇ ਯੁੱਗ ਦੇ ਵਿੱਚ ਹੈ, ਕੋਈ ਵੀ ਇੰਡਸਟਰੀ ਹੋਵੇ, ਖਾਸ ਤੌਰ ਤੇ ਖੇਤੀਬਾੜੀ ਇੰਡਸਟਰੀ। ਦੇਖੋ ਪਿਛਲੇ ਮੈਨੂੰ ਲੱਗਦਾ ਵੀ 7-8 ਸਾਲਾਂ ਤੋਂ ਸਰਕਾਰ ਅਸੀਂ ਸਾਰੇ ਸਟਬਲ ਬਰਨਿੰਗ ਗੱਲ ਲੱਗੇ ਹੋਏ ਆ ਜੀ। ਪਹਿਲਾਂ ਹੈਪੀ ਸੀਡਰ ਲਾਂਚ ਕੀਤੇ ਗਏ ਸੀ, ਉਹ ਕੁਝ ਇੰਨੇ ਕਾਮਯਾਬ ਨਹੀਂ ਹੋ ਸਕੇ। ਹੁਣ ਪਿਛਲੇ ਸਾਲ ਸੁਪਰ ਸੀਡਰ ਲਾਂਚ ਕੀਤਾ ਗਿਆ ਜਿਹਦੇ ਕਿ ਰਿਜ਼ਲਟ ਇਸ ਸਾਲ ਹੁਣ ਕਣਕ ਜਿਸ ਤਰ੍ਹਾਂ ਕਿ ਕਣਕ ਦੀ ਖੇਤ ਫਸਲ ਤਿਆਰ ਹੈ ਜੀ, ਉਹਦੇ ਰਿਜ਼ਲਟ ਕਾਫੀ ਅੱਛੇ ਹੈ। ਇਹਦੇ ਸਰਕਾਰ ਨੂੰ ਇਹ ਚਾਹੀਦਾ, ਇੰਡਸਟਰੀ ਨੇ ਬੜੀ ਕੋਸ਼ਿਸ਼ ਕਰਕੇ ਉਹਦੀ ਤਕਨੀਕ ਡਿਵੈਲਪ ਕੀਤੀ ਹੈ, ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੀਆਂ ਪਾਲਿਸੀਜ਼ ਹੈ ਨਾ ਆਪਣੀਆਂ, ਕਿਉਂਕਿ ਸਰਕਾਰ ਇਨ ਸਿਟੂ ਇੱਕ ਸਕੀਮ ਹੈ ਉਹਦੇ ਵਿੱਚ ਫਾਰਮਰ ਨੂੰ ਮਸ਼ੀਨਾਂ ਸਬਸਿਡਾਈਜ਼ ਕਰਦੀ ਹੈ, ਪਰ ਉਹ ਜਿਹੜੀਆਂ ਸਕੀਮਾਂ ਸਾਡੀਆਂ ਸ਼ਾਰਟ ਟਰਮ ਹੈ ਜਾਂ ਲਾਸਟ ਮਿੰਟ ਤੇ ਪਤਾ ਲੱਗਦਾ ਵੀ ਇੱਥੇ ਸਬਸਿਡੀ ਮਿਲੇਗੀ ਜਾਂ ਨਹੀਂ ਮਿਲੇਗੀ, ਕਿੰਨਾ ਪ੍ਰੋਡਕਟ ਤੇ ਮਿਲੇਗੀ। ਉਹ ਜਿਹੜੀਆਂ ਸਾਡੀਆਂ ਸਕੀਮਸ ਹੈ ਗਵਰਨਮੈਂਟ ਨੂੰ ਲੌਂਗ ਟਰਮ ਕਰ ਦੇਣੀਆਂ ਚਾਹੀਦੀਆਂ ਵੀ ਅਗਲੇ 3 ਸਾਲ ਦੇ ਵਿੱਚ ਅਸੀਂ ਇਹ ਵਾਲੀਆਂ ਮਸ਼ੀਨਾਂ ਸਬਸਿਡਾਈਜ਼ ਕਰਾਂਗੇ। ਉਹਦੇ ਨਾਲ ਮੈਨੂਫੈਕਚਰ ਨੂੰ ਵੀ ਬੜਾ ਇੱਕ ਉਹਨੂੰ ਕਲੈਰਿਟੀ ਹੋ ਜਾਏਗੀ, ਕਿਉਂਕਿ ਕਈ ਵਾਰ ਅਸੀਂ ਇਨਵੈਂਟਰੀ ਬਣਾ ਲਈਦੀ ਹੈ, ਮਸ਼ੀਨਾਂ ਤਿਆਰ ਕਰ ਲਈਦੀਆਂ, ਜਦੋਂ ਸਬਸਿਡੀ ਨਹੀਂ ਮਿਲਦੀ ਤਾਂ ਉਹ ਮਸ਼ੀਨਾਂ ਵਿਕਦੀਆਂ ਨਹੀਂ ਔਰ ਮੈਨੂਫੈਕਚਰ ਦਾ ਬੜਾ ਨੁਕਸਾਨ ਹੁੰਦਾ। ਇਹ ਸਰਕਾਰ ਨੂੰ ਇਹ ਚਾਹੀਦਾ ਵੀ ਇਹਦੇ ਲਈ ਲੌਂਗ ਟਰਮ ਪਾਲਿਸੀ ਲੈ ਕੇ ਆਏ ਬਈ ਇਸ ਮਸ਼ੀਨ ਤੇ ਇੰਨੀ ਸਬਸਿਡੀ ਅਸੀਂ ਅਗਲੇ 5 ਸਾਲ ਤੱਕ ਦੇਵਾਂਗੇ, ਘੱਟੋ ਘੱਟ 5 ਸਾਲ ਦਾ ਇੱਕ ਲੌਂਗ ਟਰਮ ਪਾਲਿਸੀ ਇਹਦੇ ਤੇ ਆਣੀ ਚਾਹੀਦੀ ਹੈ। ਜਗਤਾਰ ਜੀ, ਮੈਂ ਇੱਕ ਆਖਰੀ ਦੇ ਵਿੱਚ ਤੁਹਾਡੇ ਤੋਂ ਸਵਾਲ ਜਾਣਨਾ ਚਾਹੁੰਦਾ, ਕਿਉਂਕਿ ਆਪਾਂ ਸਰਕਾਰਾਂ ਦਾ ਵੀ ਜ਼ਿਕਰ ਕੀਤਾ ਕਿ ਸਰਕਾਰਾਂ ਕੀ ਕਰਨ, ਕਿਵੇਂ ਇਸ ਦਾ ਰਿਵਾਈਵ ਹੋਵੇ ਪੂਰੀ ਇੰਡਸਟਰੀ ਦਾ, ਪਰ ਇੱਕ ਸਵਾਲ ਇਹ ਵੀ ਹੈ ਕਿ ਕਿਸ ਤਰੀਕੇ ਨਾਲ ਹੁਣ ਅੱਗੇ ਪਲਾਨ ਕੀਤਾ ਜਾ ਸਕਦਾ। ਜਿਵੇਂ ਤੁਸੀਂ ਕਹਿ ਰਹੇ ਹੋ 3-4 ਸਾਲ ਦੇ ਵਿੱਚ ਇੰਡਸਟਰੀ ਦੁਬਾਰਾ ਆਪਣੇ ਪੈਰਾਂ ਦੇ ਉੱਤੇ ਉਸ ਤਰੀਕੇ ਨਾਲ ਹੀ ਖੜੀ ਹੋਵੇਗੀ ਜਿਵੇਂ 2019 'ਚ ਜਾਂ 2018 'ਚ ਮੈਂ ਕਹਾਂ ਕਿ ਜੋ ਹਾਲਾਤ ਉਸ ਸਮੇਂ ਸੀ, ਕਿ ਸਕੇਲ ਪੂਰਾ ਇੰਡਸਟਰੀ ਦਾ ਉੱਪਰ ਚੁੱਕਿਆ ਜਾਵੇ, ਇਸ ਦੇ ਲਈ ਕਿਸ ਤਰੀਕੇ ਨਾਲ ਅੱਗੇ ਪਲੈਨਿੰਗ ਕੀਤੀ ਜਾ ਸਕਦੀ ਹੈ ਜਾਂ ਕਰਨੀ ਚਾਹੀਦੀ ਹੈ?
ਸਰ ਇਸ ਦੇ ਵਿੱਚ ਜਿੱਦਾਂ ਪੰਜਾਬ ਗਵਰਨਮੈਂਟ ਨੇ ਇਨਵੈਸਟ ਪੰਜਾਬ ਸ਼ੁਰੂ ਕੀਤਾ ਸੀਗਾ, ਉਸ ਤਰ੍ਹਾਂ ਕੋਈ ਸਕੀਮ ਚਲਾਏ ਸਾਡੇ ਜਿਹੜੇ ਐਗਰੀਕਲਚਰ ਇੰਪਲੀਮੈਂਟ ਮਸ਼ੀਨਾਂ ਬਣਾਉਣ ਵਾਲੇ ਜਿਹੜੇ ਮੈਨੂਫੈਕਚਰ ਨੇ ਉਹਨਾਂ ਦੇ ਨਾਲ ਗੱਲ ਕਰਕੇ ਕੋਈ ਐਗਜੀਬਿਸ਼ਨ ਲਗਾਈ ਜਾਏ, ਜਿਹੜੀ ਆਊਟ ਆਫ ਕੰਟਰੀ ਤੋਂ ਜਾਂ ਪੂਰੇ ਇੰਡੀਆ ਤੋਂ ਜਿਹੜੇ ਇਨਵੈਸਟਰ ਨੇ, ਡੀਲਰ ਨੇ, ਉਹਨਾਂ ਨੂੰ ਬੁਲਾ ਕੇ ਇੱਥੇ ਦੀ ਮਸ਼ੀਨਰੀ ਦਿਖਾਈ ਜਾਏ ਤਾਂ ਉਹਦੇ ਲਈ ਇੰਡਸਟਰੀ ਦੀ ਗਰੋਥ ਹੋ ਸਕਦੀ ਹੈ। ਔਰ ਕੁਝ ਜਿਹੜੇ ਜ਼ਿਮੀਂਦਾਰ ਨੇ ਉਹ ਵੀ ਦੇਖਣਗੇ ਸਾਨੂੰ ਨਵੀਆਂ ਜਿਹੜੀਆਂ ਮਸ਼ੀਨਾਂ ਨੇ ਕੀ ਉਹਦੇ ਵਿੱਚ ਸਾਨੂੰ ਜ਼ਰੂਰਤ ਹੈ, ਉਹਦੇ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਜਾਏ ਜਿਹਦੇ ਨਾਲ ਬਾਹਰ ਆਊਟ ਆਫ ਕੰਟਰੀ ਤੋਂ ਔਰ ਇੰਡੀਆ ਤੋਂ ਔਰ ਪੰਜਾਬ ਦੇ ਕਿਸਾਨ ਵੀ ਦੇਖ ਸਕਣ ਕਿਹੜੀ ਮਸ਼ੀਨਰੀ ਹੈ, ਔਰ ਬਾਹਰਲੇ ਸੂਬਿਆਂ ਤੋਂ ਕਿਸਾਨਾਂ ਨੂੰ ਵੀ ਲੈ ਕੇ ਆਉਣ ਦਾ ਅਰੇਂਜਮੈਂਟ ਕੀਤਾ ਜਾਏ, ਜੋ ਪੰਜਾਬ ਦੀ ਇੰਡਸਟਰੀ ਦੀ ਜਿਹੜੇ ਪ੍ਰੋਡਕਟ ਨੇ ਉਹ ਦਿਖਾਏ ਜਾਣ, ਉਹਦੇ ਬਾਰੇ ਦੱਸਿਆ ਜਾਏ। ਸ਼ੁਕਰੀਆ ਸਰ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਆਹੂਜਾ ਜੀ ਤੁਹਾਡਾ ਵੀ, ਜਗਤਾਰ ਜੀ ਤੁਹਾਡਾ ਵੀ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਮੈਂ ਨਿਊਜ਼ 18 ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਸਪੈਸ਼ਲ ਸਾਡੀ ਐਗਰੀਕਲਚਰ ਇੰਡਸਟਰੀ ਦੀਆਂ ਜੋ ਵੀ ਪ੍ਰੋਬਲਮਾਂ ਨੇ ਉਹਨਾਂ ਨੇ ਸਾਡੀਆਂ ਸਮੱਸਿਆ ਸੁਣ ਕੇ ਗਵਰਨਮੈਂਟ ਤੱਕ ਪਹੁੰਚਾਉਣ ਲਈ ਸਾਨੂੰ ਇਸ ਚੈਨਲ ਤੇ ਬੁਲਾਇਆ ਹੈ ਔਰ ਅਵਾਰਡ ਦਿੱਤਾ ਹੈ। ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ। ਥੈਂਕ ਯੂ ਆਲ ਫॉर ਸ਼ੇਅਰਿੰਗ ਯੋਰ ਐਕਸਪੀਰੀਐਂਸਸ ਐਂਡ ਫॉर ਯੋਰ ਵੈਲਿਊਏਬਲ ਟਾਈਮ। ਇਹ ਤਾਂ ਗੱਲ ਹੋਈ ਉਦਯੋਗ ਜਗਤ ਦੇ ਭਵਿੱਖ ਦੀ। ਕੋਵਿਡ ਦਾ ਦੌਰ ਸੌਖਾ ਨਹੀਂ ਸੀ। ਬੀਤੇ 1 ਸਾਲ ਤੋਂ ਇੰਡਸਟਰੀਜ਼ ਦੇ ਕੰਮਕਾਜ ਤੇ ਇਸ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ। ਮਜ਼ਦੂਰਾਂ ਦੇ ਪਲਾਇਨ ਤੋਂ ਲੈ ਕੇ ਬੰਦ ਪਈ ਮਸ਼ੀਨਰੀ ਤੱਕ ਬੇਹੱਦ ਦਿੱਕਤਾਂ ਦਾ ਸਾਹਮਣਾ ਉਦਯੋਗਪਤੀਆਂ ਨੇ ਵੀ ਕੀਤਾ। ਸਾਡੇ ਅਗਲੇ ਸੈਗਮੈਂਟ ਤਿਆਰੀ ਜਿੱਦੀ ਵਿੱਚ ਗੱਲ ਕਰਾਂਗੇ ਕਿ ਕਿਸ ਤਰੀਕੇ ਇੰਡਸਟਰੀਜ਼ ਨੇ ਇਸ ਕੋਵਿਡ ਦੌਰ ਦੇ ਵਿੱਚ ਖੁਦ ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਇਆ ਹੈ। So for this segment, let me invite my colleague Gaurav Shukla along with Mr. Devpriya Tyagi, who is the Director of Rightway Airlinks, and Dr. Avtar, who is the Chief in Orthopedic and Joint Replacement Surgeon at Amandeep Group of Hospitals in Amritsar. Over to you, Gaurav. ਧੰਨਵਾਦ ਨਵਜੋਤ, ਧੰਨਵਾਦ। ਬਿਜ਼ਨਸ ਕੌਨਕਲੇਵ 2021 ਦੇ ਇਸ ਸੈਗਮੈਂਟ ਦੇ ਵਿੱਚ ਹੁਣ ਸਾਡੇ ਨਾਲ ਜੁੜ ਰਹੇ ਨੇ ਰਾਈਟਵੇ 에ਅਰਲਿੰਕਸ ਦੇ ਡਾਇਰੈਕਟਰ ਦੇਵਪ੍ਰਿਯ ਤਿਆਗੀ ਜੀ ਤੇ ਅਮਨਦੀਪ ਗਰੁੱਪ ਆਫ ਹਸਪੀਟਲਸ ਅੰਮ੍ਰਿਤਸਰ ਦੇ ਚੀਫ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ ਸਰਜਨ ਡਾਕਟਰ ਅਵਤਾਰ ਸਿੰਘ ਜੀ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਇਸ ਕੌਨਕਲੇਵ 'ਚ ਸ਼ਾਮਲ ਹੋਣ ਦੇ ਲਈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਜਿਹੜੇ ਨੇ ਆਪਣੇ ਲੋਕਾਂ ਦੇ ਨਾਲ ਸਾਂਝੇ ਕਰਨ ਲਈ। ਸਰ ਮੈਂ ਸ਼ੁਰੂਆਤ ਕਰ ਰਿਹਾ ਪਹਿਲਾ ਸਵਾਲ ਤੁਹਾਡੇ ਤੋਂ ਇਹੀ, ਕਿਉਂਕਿ ਆਪਾਂ ਜਦੋਂ ਇੰਡਸਟਰੀਜ਼ ਦਾ ਜ਼ਿਕਰ ਕਰ ਰਹੇ ਹਾਂ, ਵੱਖ-ਵੱਖ ਸੈਕਟਰਸ ਦਾ ਜ਼ਿਕਰ ਕਰ ਰਹੇ ਹਾਂ ਤਾਂ ਬਹੁਤ ਇੰਪੈਕਟ ਹੋਏ ਨੇ। ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਇੱਕ ਅਜਿਹੀ ਇੰਡਸਟਰੀ ਹੈ ਜੋ ਸ਼ਾਇਦ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਅਸੀਂ ਤੁਹਾਡੇ ਤੋਂ ਸਮਝਣਾ ਚਾਹੁੰਦੇ ਹਾਂ ਕਿ ਇੱਕ ਕੀ ਇੰਪੈਕਟ ਤੁਹਾਨੂੰ ਕੋਵਿਡ ਦਾ ਨਜ਼ਰ ਆਇਆ ਇਮੀਗ੍ਰੇਸ਼ਨ ਸੈਕਟਰ ਦੇ ਉੱਤੇ, ਉਹ ਚਾਹੇ ਮੈਂ ਰੀਜਨ ਦਾ ਗੱਲ ਕਰਾਂ ਜਾਂ ਫਿਰ ਗਲੋਬਲੀ ਅਸੀਂ ਗੱਲ ਕਰੀਏ, ਕਿਵੇਂ ਤੁਸੀਂ ਇਸ ਦਾ ਇੰਪੈਕਟ ਕੋਵਿਡ ਦਾ ਦੇਖ ਰਹੇ ਹੋ ਇਸ पूरे सेक्टर के उत्ते? देखिए स्पेसिफिकली अगर हम बात करें पंजाब की इस इमिग्रेशन इंडस्ट्री को लेके, तो इमिग्रेशन का बहुत बड़ा एक बिजनेस जो यहाँ पंजाब रीजन से जनरेट होता है, गुजरात से जनरेट होता है और साउथ इंडिया से जनरेट होता है। लेकिन बिकॉज ऑफ दिस कोविड-19 आप सभी को पता है काफ़ी रेस्ट्रिक्शंस ट्रेवल के ऊपर भी हो गई हैं। क्वारंटाइन पीरियड, हर जगह क्वारंटाइन आपको होना पड़ता है जी। तो इस बिजनेस से वर्स्टली अफेक्टेड अगर कोई भी इंडस्ट्री आज की तारीख में हुई है वो इमिग्रेशन इंडस्ट्री है, ट्रेवल इंडस्ट्री है जी। आज तकरीबन लाखों जॉब हम लोग जनरेट करते हैं इस इंडस्ट्री के अंदर। आज वो कहीं ना कहीं खतरे के निशान के ऊपर हैं कि बहुत ज़्यादा अनएम्प्लॉयमेंट बढ़ चुका है बिकॉज इमिग्रेशन बिजनेस अफेक्ट हुआ है, एलएसपीटी ट्रेनिंग सेंटर्स अफेक्ट हुए हैं। गाइडलाइंस आपको फॉलो करनी पड़ती हैं गवर्नमेंट्स की। आप किसी भी सेंटर में मोर देन 50 एक क्लासरूम में स्टूडेंट्स को नहीं रख सकते जी। तो इस इंडस्ट्री कहीं ना कहीं आपको सस्टेन करना ही मुश्किल हो गया है। आप रेंट नहीं निकाल पा रहे हैं, आप सैलरी नहीं पे कर पा रहे हैं क्योंकि उस तरह का रेवेन्यू जनरेट नहीं हो रहा है उसके अंदर, और वो बहुत बड़ी परेशानी का एक सबब है आज इमिग्रेशन इंडस्ट्री के अंदर जी। सर मैं एक और चीज़ जानना चाहता हूँ, जो आप जिक्र कर रहे हैं कि एक सबसे ज़्यादा जो इम्पैक्ट हुआ इस इंडस्ट्री के ऊपर उन इंडस्ट्रीज़ में से एक है, लेकिन अब बहुत सारी गाइडलाइंस हैं हर एक इंडस्ट्री के लिए, और ख़ास तौर पर जब आप इमिग्रेशन का जिक्र करते हैं तो उसके लिए भी नई गाइडलाइंस आ गई हैं। तो इन नई गाइडलाइंस को ध्यान में रखते हुए किस तरह से अब रिवाइवल की तरफ या फिर किस तरह से एक बार फिर पटरी पर लौटने की कोशिश पूरा सेक्टर इमिग्रेशन का कर रहा है? देखिए फिलहाल तो ये सेक्टर अभी भी उभरने की स्थिति में नहीं है क्योंकि आपको पता ही है ट्रैवल रेस्ट्रिक्शंस हैं अभी।
कोई भी इमिग्रेंट अभी ट्रेवल नहीं कर सकता एक्सेप्ट द फ्यू कंट्रीज। अभी यूके में रिसेंटली लॉकडाउन फिर एक्सटेंड कर दिया गया है। ऑस्ट्रेलिया में फ्लाइट्स ओपन नहीं है। कनाडा में कुछ रेस्ट्रिक्टेड नंबर्स में ही बच्चे अभी ट्रेवल कर पा रहे हैं जी। और उसकी वजह से वीज़ा के ऊपर इम्पैक्ट है। वीज़ा रिफ्यूजल्स काफ़ी मार्केट के अंदर हैं। और अगर हम ट्रेनिंग इंस्टीट्यूट्स की बात करें इमिग्रेशन इंडस्ट्री के अंदर, तो उस रिसेंट सिनेरियो के अंदर कुछ एजिटेशन इस तरह से हो गए, तो वहाँ से भी बच्चे आपके ट्रेनिंग इंस्टीट्यूट्स में नहीं आ पा रहे हैं। पोस्ट कोविड के इफेक्ट्स तो है ही हैं, जो गवर्नमेंट की गाइडलाइन है कि आप एक बड़ी स्ट्रेंथ के अंदर क्लासेस को रन नहीं कर सकते हैं, तो वो भी फॉलो करती हेल्थ गाइडलाइन जो गवर्नमेंट की हैं। तो कहीं ना कहीं बहुत बड़ी परेशानी है और कोशिश की जा रही है कि खर्चों को घटाया जाए, लेकिन जहाँ खर्चे घटते हैं तो गवर्नमेंट का भी नुकसान है, इमिग्रेशन का तो नुकसान ही है उसके साथ। तो वी आर ट्राइंग कि वी आर होपिंग कि वैक्सीनेशन प्रोसेस जल्द से जल्द कंप्लीट हो, ताकि ये जो रेस्ट्रिक्शंस हैं बेसिकली आपकी वो हटा दी जाएं, ट्रेवल रेस्ट्रिक्शन हट जाएं, तभी इस इंडस्ट्री का रिवाइवल हो सकता है। ਡਾਕਟਰ ਅਵਤਾਰ ਸਿੰਘ ਜੀ, ਕੋਵਿਡ ਦੇ ਇਸ ਪੂਰੇ ਕਾਲ ਦਾ ਸਿੱਧੇ ਤੌਰ ਦੇ ਉੱਤੇ ਇੰਪੈਕਟ ਤੁਸੀਂ ਕੀ ਦੇਖਦੇ ਹੋ ਹੈਲਥ ਕੇਅਰ ਇੰਡਸਟਰੀ ਦੇ ਉੱਤੇ? ਦੇਖੋ, ਜਦੋਂ ਕੋਵਿਡ ਸ਼ੁਰੂ ਹੋਇਆ ਤਕਰੀਬਨ 1 ਸਾਲ ਪਹਿਲਾਂ ਜੀ, ਤੇ ਇਟ ਵਾਸ ਆਊਟ ਆਫ ਬਲੂ। ਆਈ ਮੀਨ ਵੀ ਨੈਵਰ ਨਿਊ ਕਿ ਕੋਈ ਇਦਾਂ ਦੀ ਬਿਮਾਰੀ ਵੀ ਹੁੰਦੀ ਹੈ। ਉਦੋਂ ਇਹ ਚਾਈਨਾ ਤੋਂ ਸ਼ੁਰੂ ਹੋਇਆ ਤੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਬਿਮਾਰੀ ਜਿਹੜੀ ਆ ਇਹ ਵਿਦਿਨ ਫਿਊ ਡੇਜ਼ ਇੰਡੀਆ ਦੇ ਵਿੱਚ ਜਾਂ ਬਾਕੀ ਸਾਰੇ ਵਰਲਡ ਦੇ ਵਿੱਚ ਵੀ ਫੈਲ ਜਾਊਗੀ ਜੀ। ਔਰ ਸੋ ਉਦੋਂ ਕਿਸੇ ਨੇ ਇੰਨੀਆਂ ਤਿਆਰੀਆਂ ਨਹੀਂ ਕੀਤੀਆਂ ਕਿ ਇਹ ਚਾਈਨਾ 'ਚ ਠੀਕ ਹੈ ਉੱਥੇ ਰਹੇਗੀ, ਤੇ ਅਸੀਂ ਉਸ ਹਿਸਾਬ ਨਾਲ ਆਪਣੀ ਪ੍ਰੈਪਰੇਸ਼ਨ ਨਹੀਂ ਕੀਤੀ। ਬਟ ਜਦੋਂ ਇੰਡੀਆ 'ਚ ਔਰ ਬਾਕੀ ਸਾਰੇ ਵਰਲਡ ਦੇ ਵਿੱਚ ਆ ਗਈ ਜੀ, then everybody was taken by surprise, and health industry like any other industry ਜੀ, it was badly, ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈਲਥ ਇੰਡਸਟਰੀ ਜੀ। ਸ਼ੁਰੂ ਦੇ ਵਿੱਚ। ਠੀਕ ਹੈ ਸਰ, ਮੈਂ ਥੋੜਾ ਹੋਰ ਐਲੈਬੋਰੇਟ ਇਸ ਨੂੰ ਕਰਵਾਉਣਾ ਚਾਹਾਂ ਤੁਹਾਡੇ ਤੋਂ। ਤੁਸੀਂ ਕਹਿ ਰਹੇ ਹੋ ਕਿ ਬਹੁਤ ਬੈਡਲੀ ਇੰਪੈਕਟ ਹੋਇਆ, ਕਿਸ ਤਰੀਕੇ ਨਾਲ? ਕਿਉਂਕਿ ਬਹੁਤ ਸਾਰੀਆਂ ਇੰਡਸਟਰੀਜ਼ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਇੰਪੈਕਟ ਖਾਸ ਤੌਰ ਤੇ ਰੋਜ਼ਗਾਰ ਨੂੰ ਲੈ ਕੇ ਹੋਇਆ, ਜਿਹੜੀ ਇੰਪਲੋਇਮੈਂਟ ਸੀ ਉਹਨਾਂ ਨੂੰ ਬਹੁਤ ਇੰਪੈਕਟ ਹੋਇਆ। ਕੀ ਹੈਲਥ ਕੇਅਰ ਨੂੰ ਵੀ ਇਸ ਤਰੀਕੇ ਦੀ ਕੋਈ ਇੰਪਲੀਕੇਸ਼ਨ ਇਸ ਦੇ ਵਿੱਚ ਜਾਂ ਕੋਈ ਇੰਪੈਕਟ ਦੇਖਣ ਨੂੰ ਮਿਲਿਆ? ਹਾਂਜੀ, ਡੈਫੀਨਿਟਲੀ ਹੈਲਥ ਕੇਅਰ ਦੇ ਵਿੱਚ ਵੀ ਲਾਈਕ ਐਨੀ ਅਦਰ ਇੰਡਸਟਰੀ ਜੀ, ਰੁਜ਼ਗਾਰ ਔਰ ਰੁਜ਼ਗਾਰ ਦੇ ਨਾਲ ਨਾਲ ਜਿਹੜੀ ਹੈਲਥ ਕੇਅਰ ਵਰਕਰਸ ਦੀ ਸਾਈਕੋਲੋਜੀ, ਉਹਨਾਂ ਦਾ ਸਾਈਕੋਲੋਜੀਕਲ ਸਟੇਟਸ, ਉਹ ਸਾਰਾ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋਇਆ। ਟੂ ਸਟਾਰਟ ਵਿਦ, ਜੇ ਗੱਲ ਕਰੀਏ ਕਿ ਜਦੋਂ ਕੋਵਿਡ ਸ਼ੁਰੂ ਹੋਇਆ ਤੇ ਹਸਪੀਟਲਸ ਦੇ ਵਿੱਚ ਫੁੱਟਫਾਲ ਜਿਹੜਾ ਸੀ ਉਹ ਬਹੁਤ ਘਟ ਗਿਆ ਜੀ। ਫੁੱਟਫਾਲ ਦਾ ਮਤਲਬ ਕਿ ਮਰੀਜ਼ ਆਉਣੇ ਘਟ ਗਏ ਜੀ। ਉਹਦੇ ਕਾਫੀ ਕਾਰਨ ਸੀ। ਇੱਕ ਤੇ ਲਾਕਡਾਊਨ ਲੱਗ ਗਿਆ। ਲਾਕਡਾਊਨ ਲਾਉਣਾ ਵੀ ਜ਼ਰੂਰੀ ਸੀ ਕਿਉਂਕਿ ਇਸ ਬਿਮਾਰੀ ਦੀ ਸਪਰੈਡ ਨੂੰ ਆਪਾਂ ਰੋਕਣਾ ਸੀ ਜੀ। ਉਦੋਂ ਆਪਣਾ ਮਿਸ਼ਨ ਇਹ ਸੀ ਕਿ ਜਾਨ ਹੈ ਤੇ ਜਹਾਨ ਹੈ। ਦੂਸਰਾ, ਲੋਕਾਂ ਦੇ ਦਿਮਾਗ ਵਿੱਚ ਇੱਕ ਸਾਈਕੋਲੋਜੀਕਲ ਇਫੈਕਟ ਸੀ ਕਿ ਅਸੀਂ ਹਸਪਤਾਲਾਂ ਦੇ ਵਿੱਚ ਜਾਵਾਂਗੇ ਤਾਂ ਫਿਰ ਸਾਨੂੰ ਕਰੋਨਾ ਦੀ ਬਿਮਾਰੀ ਲੱਗਣ ਦਾ ਡਰ ਹੈ ਜੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਫੁੱਟਫਾਲ ਘਟ ਗਿਆ। ਜਿਹੜੀਆਂ ਇਲੈਕਟਿਵ ਸਰਜਰੀਜ਼, ਜਿਸ ਤਰ੍ਹਾਂ ਜੋੜ ਬਦਲਾਉਣ ਦੀਆਂ ਸਰਜਰੀਜ਼ ਜਾਂ ਹੋਰ ਬਿਮਾਰੀਆਂ ਜਿਹੜੀਆਂ ਅਸੀਂ ਟਾਲ ਸਕਦੇ ਹਾਂ, ਉਹ ਆਪਰੇਸ਼ਨ ਬਿਲਕੁਲ ਗਵਰਨਮੈਂਟ ਨੇ ਕਰਤੇ। ਉਹਨਾਂ ਤੇ ਬੈਨ ਲਾਤਾ ਕਿ ਕੋਈ ਵੀ ਇਲੈਕਟਿਵ ਸਰਜਰੀ ਜਿਹੜੀ ਹੈ ਉਹ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਅਲਾਉ ਨਹੀਂ ਕੀਤੀ ਜਾਏਗੀ, और ये जरूरी भी सी उस समय दे विच। त्यागी जी, आपको लग रहा है कि आने वाले कुछ समय में, मैं 1 साल का जिक्र करूं, मैं 2021 का ही जिक्र कर लूं, कि रिवाइवल इस पूरे ईयर्स में पॉसिबल है? बेशक हम जो लास्ट ट्रैक था उस पर 100% ना पहुंच पाए, कहां तक रिवाइव इंडस्ट्री कर सकती है और किस तरह से कर सकती है? देखिए, इंडस्ट्री रिवाइव कर सकती है। अभी जो 2021 की अगर हम बात करें तो 40% ही रिवाइवल अभी इसमें हो सकता है। 60% की अगर हम बात करें वो नेक्स्ट 2022 ही टारगेट लेकर हमारी इंडस्ट्री चली है, क्योंकि 2021 अभी भी कोई फ्रूटफुल रिजल्ट देता हुआ नजर नहीं आ रहा है। एक और चीज जानना चाहूंगा मैं आपसे, क्योंकि सरकार की तरफ तो हर सेक्टर देखता है। अगर हम किसी भी इंडस्ट्री का जिक्र कर लें, कोविड के दौरान जो कुछ हुआ, चाहे वो लॉकडाउन था या उसके बाद रिवाइवल का पूरा दौर हो, जिस तरह आप कह रहे हैं कि रिवाइवल बहुत मुश्किल नजर आ रहा है, इस समय सरकार से किस तरह की सपोर्ट की उम्मीद कर रही है पूरी इंडस्ट्री, इमिग्रेशन सेक्टर? देखिए, वी हैव रिटन सम लेटर्स टू गवर्नमेंट आल्सो। ठीक है, देखिए जीएसटी आपके हाथ में है, लोकल टैक्सेस आपके हाथ में है, और चाहे वो इलेक्ट्रिसिटी बिल है वो आपके हाथ में, वहाँ कहीं ना कहीं कम्युनिटी म्यूनिसिपल कॉरपोरेशन के कुछ टैक्सेस आपके हाथ में हैं। इस कोविड-19 पीरियड के अंदर जो सीवियरली इंडस्ट्रीज अफेक्ट हैं, वहाँ कहीं ना कहीं आप उन्हें रिबेट दीजिए, वहाँ कहीं कोई ना कोई सहूलियत दीजिए, लेकिन गवर्नमेंट अपने एंड पर कोई टैक्स में रिबेट देने के लिए तैयार नहीं है।
और इस कोविड-19 में आपके बिजनेस भी अफेक्ट हैं, आपको टैक्स भी प्रॉपर्ली टाइम पे करना है, अगर आप पे नहीं करते हैं तो आपको ऊपर इंटरेस्ट भी चार्ज हो रहे हैं। तो गवर्नमेंट यही है कि आप जीएसटी में कुछ ना कुछ हम लोगों को रिबेट दीजिए, इलेक्ट्रिसिटी बिल में दीजिए, क्योंकि वी आर गिविंग लैक्स ऑफ जॉब। ਸਰ ਇੱਕ ਹੋਰ ਸਵਾਲ ਹਰ ਕਿਸੇ ਦੇ ਜ਼ਿਹਨ 'ਚ ਹੋਏਗਾ, ਖਾਸ ਤੌਰ ਤੇ ਜਿਹੜੇ ਹੈਲਥ ਕੇਅਰ ਦੇ ਨਾਲ ਜੁੜੇ ਹੋਏ ਨੇ, ਕਿ ਕੀ ਚੇਂਜਸ ਤੁਹਾਨੂੰ ਨਜ਼ਰ ਆ ਰਹੇ ਨੇ, ਟੈਂਪਰੇਰੀ ਮੈਂ ਕਹਾਂ ਜਾਂ ਫਿਰ ਕਹਾਂ ਕਿ ਪਰਮਾਨੈਂਟ? ਕੋਰੋਨਾ ਦੇ ਨਾਲ ਕੁਝ ਬਹੁਤ ਅੱਛੀਆਂ ਚੀਜ਼ਾਂ ਵੀ ਆਈਆਂ ਜਿਹੜੀਆਂ ਕਿ ਆਈ ਹੋਪ ਪਰਮਾਨੈਂਟ ਰਹਿਣਗੀਆਂ ਜੀ। ਕੋਰੋਨਾ ਤੋਂ ਪਹਿਲਾਂ ਆਨਲਾਈਨ ਜਿਹੜੀ ਕੰਸਲਟੇਸ਼ਨ ਹੁੰਦੀ ਸੀ, ਟੈਲੀਮੈਡੀਸਨ ਜਿਹਨੂੰ ਅਸੀਂ ਕਹਿੰਦੇ ਆ, ਬਿਲਕੁਲ ਉਹ ਬਹੁਤ ਘੱਟ ਹੁੰਦੀ ਸੀ। ਜੀ। ਬਟ ਕੋਰੋਨਾ ਨੇ ਇੱਕ ਇਹ ਨੋਰਮ ਬਣਾਤਾ ਆਨਲਾਈਨ ਕੰਸਲਟੇਸ਼ਨ ਦਾ। ਕੋਈ ਪੇਸ਼ੈਂਟ ਸਾਡਾ ਸ਼੍ਰੀਨਗਰ ਬੈਠਾ ਹੈ, ਕੋਈ ਰਾਜਸਥਾਨ ਬੈਠਾ ਹੈ, ਉਹ ਆਰਾਮ ਦੇ ਨਾਲ ਆਨਲਾਈਨ ਸਾਡੇ ਨਾਲ ਗੱਲਾਂ ਕਰ ਸਕਦੇ, ਆਪਣੀ ਬਿਮਾਰੀ ਬਾਰੇ ਪੁੱਛ ਸਕਦੇ ਨੇ ਜੀ। ਸੋ ਜਿਹੜੀ ਡਿਜੀਟਲਾਈਜੇਸ਼ਨ ਹੈ ਉਹ ਇੱਕ ਬਹੁਤ ਵੱਡੀ ਦੇਣ ਹੈ ਕੋਰੋਨਾ ਦੀ, ਆਈ ਵਿਲ ਸੇ, ਐਂਡ ਇਟ ਇਜ਼ ਗੋਇੰਗ ਟੂ ਲਾਸਟ ਫॉर एवर। ਬਹੁਤ ਬਹੁਤ ਸ਼ੁਕਰੀਆ ਤਿਆਗੀ ਜੀ ਤੇ ਡਾਕਟਰ ਅਵਤਾਰ ਜੀ, ਤੁਹਾਡਾ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਬਿਜ਼ਨਸ ਕੌਨਕਲੇਵ 2021 ਦੇ ਵਿੱਚ ਜੁੜਨ ਦੇ ਲਈ। ਓਵਰ ਟੂ ਯੂ ਨਵਜੋਤ। Thank you all for letting us know how the industries actually prepared themselves during this pandemic. With not much delay, let's head on to our next segment, Chunauti, Niti te Tarakki. And for this segment, let me invite my colleague Sudesh Nanmore along with distinguished guests. Mr. Sudhir Goyal, who is the Managing Director of Madhav KRG Group, Dr. Suresh K. Chadda, Professor and former Chairman at University Business School, Punjab University. Over to you, Sudesh. न्यूज 18 पंजाब हरियाणा हिमाचल लेकर आया है बिजनेस कॉन्क्लेव 2021। हमारे इस वर्चुअल बिजनेस कॉन्क्लेव के सेशन चुनौती, नीति और उन्नति। हमारे साथ इस सेशन में जुड़ेंगे खास मेहमान मिस्टर सुधीर गोयल, मैनेजिंग डायरेक्टर हैं माधव केआरजे ग्रुप, डॉक्टर सुरेश के चड्डा, प्रोफेसर फॉर्मर चेयरमैन यूनिवर्सिटी बिजनेस स्कूल पंजाब यूनिवर्सिटी के चंडीगढ़ से। मिस्टर सुधीर गोयल जी, आपका बहुत बहुत स्वागत है। थैंक यू मैम। हमारे साथ एक और मेहमान जुड़ गए हैं, डॉक्टर सुरेश के चड्डा, प्रोफेसर फॉर्मर चेयरमैन यूनिवर्सिटी बिजनेस स्कूल पंजाब यूनिवर्सिटी चंडीगढ़। सर, आपका बहुत बहुत स्वागत है। थैंक यू। आपसे मेरा पहला सवाल यह है कि भारतीय अर्थव्यवस्था को किन बड़ी चुनौतियों का सामना करना पड़ा और उसने पंजाब, हरियाणा, हिमाचल को और यहाँ के जो उद्योग हैं उनको कैसे प्रभावित किया? सी मैम, फर्स्ट ऑफ ऑल अगर मैं नेशन की कंट्री एज अ होल बात करूं, फर्स्ट 2 क्वार्टर्स ऑफ दिस फाइनेंशियल ईयर वर वेरी वेरी चैलेंजिंग। उसमें लाइक कंजम्पशन में काफ़ी वी आर इनटू स्टील सेक्टर, तो स्टील सेक्टर की मैं पर्टिकुलरली पहले बात करूंगा कि वी वर हिट बाय द कंजम्पशन। देयर वाज वेरी लेस कंजम्पशन फॉर फर्स्ट 2 क्वार्टर्स। पहले 2 क्वार्टर्स में कंजम्पशन का इशू रहा। हमें यहाँ पे मोस्ट ऑफ द लेबर इज फ्रॉम आउटसाइड पंजाब, उनका इशू रहा। देन लॉजिस्टिक का बहुत बड़ा इशू रहा, एज वी आर डिपेंडेंट ऑन द रॉ मटेरियल्स आउटसाइड द स्टेट एंड आउटसाइड द कंट्री ऑल्सो इवन। तो उसमें बहुत बड़ा चैलेंज लॉजिस्टिक का रहा, जो कि इंटरनेशनली बोलूं तो वो आज भी काफी बड़ा चैलेंज है। बट समहाउ आफ्टर 2 क्वार्टर्स, क्वार्टर 3 की बात करूं, क्वार्टर 3 में we have recovered a lot. About quarter 3 में I will say कि 80% of the volume achieve हो चुके हैं of pre-COVID level, and quarter 4 में we are expecting that we should be at pre-COVID level. डॉक्टर सुरेश के चड्डा, कोविड-19 पैंडेमिक ने लाइफ बदल दी है, जिंदगी जीने, कामकाज के तौर तरीके बदल दिए हैं। आपसे जानना चाहते हैं कि कोविड के कारण भारतीय अर्थव्यवस्था के सामने कौन सी बड़ी चुनौतियां हैं और इसने ओवरऑल हमारी ग्रोथ को किस तरीके से कितना प्रभावित किया है? देखिए, जो कोविड-19 के कारण जो हुआ है, हमारी सबसे बड़ी चुनौती है अनऑर्गेनाइज सेक्टर में। और उसमें जो हमारा जो आ रहा है अभी जो एरिया, जो इंडस्ट्री जैसे एविएशन इंडस्ट्री पे कर सकता है, और टूरिज्म इंडस्ट्री पे, ट्रांसपोर्टेशन इंडस्ट्री पे और हॉस्पिटैलिटी पे। और इंडिया में जो छोटे जो एमएसएमईज हैं वो बहुत कंट्रीब्यूट करते हैं जीडीपी और एम्प्लॉयमेंट के लिए। तो इन अनऑर्गेनाइज्ड सेक्टर में हमारे लिए बहुत बड़ी चुनौती है, और खासकर मैन्युफैक्चरिंग सेक्टर ने। अभी भारत के प्राइम मिनिस्टर ने अभी शुरू किया था आत्मनिर्भर इंडिया, उसमें हमने क्या किया, मैन्युफैक्चरिंग सेक्टर को बूस्ट दिया है। और दूसरी चीज जो हम देख रहे हैं अनएम्प्लॉयमेंट, क्योंकि जो छोटी इकाइयां हैं
वो काफी एम्प्लॉयमेंट जनरेट करती हैं और उनके लिए बहुत बड़ा चैलेंज है। और मेरे मुताबिक जो सबसे ज्यादा अगर हमारी मैन्युफैक्चरिंग सेक्टर ग्रो करेगी तो हमारी एम्प्लॉयमेंट की भी प्रॉब्लम काफी हद तक ठीक हो जाएगी। लेकिन 2020 में कोरोना की वजह से जो लॉकडाउन हुआ इंडस्ट्रीज पर, उसका कितना बड़ा इंपैक्ट आप देख पा रहे हैं? हालांकि हालात फिर से वैसे ही हो रहे हैं, एक बार फिर से बड़ी चुनौतियां हमारे सामने हैं, लेकिन पिछले साल जो हुआ वो कितना नकारात्मक, कितना नेगेटिव रहा इंडस्ट्री के लिए? देखिए, सबसे बड़ा जो कई इंडस्ट्रीज को तो बहुत ज्यादा उसमें इफेक्ट किया है। जैसे मैंने आपको पहले ही बताया, ट्रेवल एंड टूरिज्म इंडस्ट्री सबसे ज्यादा इफेक्टेड है, क्योंकि हमारे इंडिया में 14 करोड़ लोगों को ये देती है, डायरेक्टली और इनडायरेक्टली एम्प्लॉयमेंट देती है। पर हमारे इसके साथ हॉस्पिटैलिटी इंडस्ट्री और उसके साथ इन इंडस्ट्रीज में बहुत ज्यादा असर पड़ा है। और तभी हमारी जब जीडीपी थी -23.5% आ गई थी। अब भारत ने कई स्टेप लिए, हमारी जो सरकार ने कई स्टेप लिए, उसके कारण हमारी जीडीपी ग्रोथ अब पॉजिटिव में आई है। और हमारी प्रेडिक्शन है आगे जो प्रेडिक्शन अभी हमारी ग्रोथ रेट बढ़ेगी, पर इस टाइम जो खतरा फिर आया है, फिर मंडरा रहा है, उससे हमें लगता है भी हमें अपने आप को चैलेंज है हमारे लिए और उसके लिए हमें तैयार होना बहुत जरूरी है इस टाइम। मिस्टर सुधीर गोयल जी, स्टील इंडस्ट्री के निर्माण के अभी के हालात क्या हैं और आर्थिक नुकसान से उबरने और अपनी जो जमीन खो दी थी एक तरह से, उसे दोबारा से हासिल करने के लिए किस तरह से प्लान किया जा रहा है? स्टील इंडस्ट्री की बात करूं, एज आई हैव टोल्ड यू दैट Q4 में हमें Jan onwards वॉल्यूम्स आर पिकिंग अप और प्री कोविड लेवल तक ऑलमोस्ट अचीव हो चुके हैं। सो मैं बात करूं तो अभी हमारा जो नेशनल बजट जैन में रिलीज हुआ, तो एफएम ने काफी फोकस किया है इंफ्रास्ट्रक्चर इंडस्ट्री के ऊपर, रियल एस्टेट इंडस्ट्री के ऊपर, जो काफी काम होने हैं। तो वी आर वेरी वेरी होपफुल कि जिसकी वजह से स्टील की डिमांड में आने वाले टाइम में काफी इंक्रीज होगा और इंडस्ट्री में डिमांड बढ़ने से डेफिनेटली इंप्रूवमेंट होगा। लेकिन नई तकनीक जो है जिंक कोटेड टीएमटी बार्स को लेकर, उसकी शुरुआत अर्थव्यवस्था को कैसे मदद करेगी, आपको क्या लगता है? और क्या टीएमटी स्टील इंडस्ट्री के भविष्य को बदल देगी? मैम, जो जिंक कोट टेक्नोलॉजी है जो हमने रिसेंटली लास्ट ईयर इंट्रोड्यूस की है ड्यूरिंग द कोविड पीरियड, दिस इज अ वंडरफुल टेक्निक, वंडरफुल प्रोडक्ट which we have launched. This is not due to we have launched that's why it is wonderful, but it is otherwise it is a wonderful product. Like IZA जो हमारी इंटरनेशनल जिंक एसोसिएशन है इंडिया में, उनका एक काउंटर पार्ट है, तो IZA के डेटा के अकॉर्डिंग देयर कैन बी अ सेविंग इन GDP of about 3 to 4%. So we are losing 3 to 4% of our GDP in corrosion. Corrosion means जंग लगना, जिसके कारण हमारे इंफ्रास्ट्रक्चर में मेंटेनेंसेस बढ़ जाती हैं। इंफ्रास्ट्रक्चर हम यूसेज उसका हमें डिस्कार्ड करना पड़ता है आफ्टर सम टाइम और उसको रिप्लेस भी करना पड़ता है, तो जिसके वजह से इट्स अ नेशनल लॉस। सो अनदर थिंग इज अदर कोटेड प्रोडक्ट्स भी यूज होते हैं जो एनवायरमेंटली अच्छे नहीं हैं, बट दिस टेक्नोलॉजी इज एनवायरमेंटली ग्रीन if we use zinc coat TMT in our construction. इसका पूरी इंडस्ट्री पर आप किस तरीके से आने वाले वक्त में असर देख रहे हैं? क्या फ्यूचर में इससे बहुत बड़ा बदलाव आप देख पा रहे हैं? Definitely, it's about the customer awareness. हमने पिछले 10, 15, 20 साल के अंदर काफ़ी चीज़ों में ऐसा एक्सपीरियंस किया है कि इनिशियली प्रोडक्ट की अवेयरनेस कम होने की वजह से या ना होने की वजह से कस्टमर को उस चीज़ में समझ में कम आता है प्रोडक्ट, बट अल्टीमेटली प्रोडक्ट का जैसे ही अवेयरनेस बढ़ता है या लोगों को नॉलेज बढ़ता है कि इसके फ़ायदे क्या हैं, तो डेफिनेटली कस्टमर उसको अडॉप्ट करता है। एंड आई एम वेरी वेरी होपफुल दैट दिस प्रोडक्ट विल बी अ सुपर हिट फॉर कस्टमर और कस्टमर को इससे काफ़ी वैल्यू प्रोपोजिशन मिलेगा। डॉक्टर सुरेश के चड्डा, एसएमईज और दूसरी जो इंडस्ट्री हैं जो सरवाइव करने के लिए स्ट्रगल कर रही हैं, उन्हें उबारने के लिए किस तरह की तैयारी है और क्या सुधार की दरकार है? किस तरीके से हम एक बार फिर से अपने पैरों पर खड़ा कर पाएं इन इंडस्ट्रीज को? क्या प्लान है इसके लिए? इसके लिए जो गवर्नमेंट ने क्या किया है, गवर्नमेंट ने उनको 20,000 करोड़ रुपए का दिया है, ताकि एक क्रेडिट दिया है ताकि वो दोबारा से उबर सके। पर मेरे मुताबिक
जो स्मॉल एंड मीडियम एंटरप्राइजेस के लिए जो आजकल सारी चीजें डिजिटलाइजेशन है, तो डिजिटलाइजेशन होने के साथ हमें इनको मार्केट के साथ लिंकेजेस करनी पड़ेगी, ताकि ये भी लोग क्या कर सकते, जो छोटी इकाई हैं ये डिजिटलाइजेशन का फायदा लेकर ना केवल सिर्फ लोकल एरिया में चीजें बेच सके, पर वो अंतरराष्ट्रीय लेवल पे भी चीजें बेच सके। और दूसरी चीज जो हमें लगता है इसमें जो है, हमें एक तरह का कोलैबोरेशन करनी चाहिए एसएमईज को, छोटे जो इकाइयां उनको एक कोलैबोरेशन करके उनको अपनी टेक्नोलॉजी को शेयर करना चाहिए, उनको अपने रिसोर्सेज को शेयर करना चाहिए, ताकि उनकी कॉस्ट कटिंग हो सके। और दूसरी चीज हमें क्या करनी चाहिए, इनके वर्कर्स की स्किल्स बढ़ानी चाहिए। हमें एक पोर्टल क्रिएट करना चाहिए ताकि इन इकाइयों के लिए जहां से भी उनको अच्छा स्किल वर्कर मिले, दे कैन इजीली हायर, ताकि इनकी प्रोडक्टिविटी लेवल जो है वो ज्यादा इंक्रीज हो सके। मिस्टर सुधीर गोयल जी, मेरा अगला सवाल है कि क्षेत्र की अर्थव्यवस्था को पुनर्जीवित करने के लिए सरकार की ओर से क्या अभी और मदद की दरकार है? डेफिनेटली बहुत सी दरकार है, बहुत सी जरूरत है। आज सबसे बड़ी जरूरत मैं कहूंगा कि कंट्री के अंदर ईज ऑफ बिजनेस की है। ईज ऑफ डूइंग बिजनेस में सबसे पहले तो वी आर इन जीएसटी रेजीम। जीएसटी रेजीम इज ए वंडरफुल रेजीम, नो डाउट। हमारे टैक्स प्रणाली में जो 3.5 साल पहले एक चेंज लाया गया, बट उसके अंदर जो फ्लॉज हैं, छोटे छोटे फ्लॉज हैं, सिस्टमिक फ्लॉज हैं, उसको सिस्टम लेवल से रिजॉल्व करके ज्यादा बेटर है, ना कि आज थोड़ा अप्रोच रहता है कि हम बाद में पोस्टमार्टम अप्रोच, मैं कहूंगा कि ऑलवेज पोस्टमार्टम अप्रोच रहती है और बाद में क्राइम होने के बाद चोरों को पकड़ा जाता है। मैं कहूंगा कि उसको सिस्टम को ही इतना मजबूत कर दें सो दैट चोरी ही ना हो। सो जीएसटी रेजीम में आपके न्यूज चैनल्स पे या सभी हम न्यूज़पेपर्स में या न्यूज चैनल्स पे आजकल फेक इनवॉइसिंग का सुन रहे हैं, तो फेक इनवॉइसिंग हो ही ना, क्या ऐसा सिस्टम हम जनरेट कर सकते हैं? वी आर इनटू स्टील मेकिंग, तो स्टील मेकिंग के अंदर काफी सारी ऐसी चीजें हैं जो हम सिस्टम लेवल से दुरुस्त कर सकते हैं आज, जिससे ये फेक इनवॉइसिंग का मैटर टोटल खत्म हो सकता है, जीरो हो सकता है, आई कैन एश्योर। बट इस तरह की चीजों के ऊपर somebody will have to think on it कि उसको सिस्टम लेवल से सुधारा जाए, ठीक किया जाए। डॉक्टर सुरेश के चड्डा, ड्यूरिंग कोविड-19 के इंडस्ट्री को कैसे आगे लेकर जाएं? क्या हम इसके लिए पूरी तरह से तैयार हैं? क्या हमारे पास वो प्लान है? क्या सरकार इंडस्ट्री के साथ मिलकर उस पर काम कर रही है? क्या फ्यूचर में इस तरह के हालात का सामना करने के लिए अभी से हमें प्लान तैयार करने चाहिए? अब आगे एक्शन प्लान क्या है? मेरे मुताबिक जो एक्शन प्लान होना चाहिए, हमें हेल्थ केयर के ऊपर बहुत ज्यादा एम्फेसिस करना चाहिए। हेल्थ इज वेरी वेरी इंपॉर्टेंट। और हमें कई एरियाज में जो पेंडेमिक, जैसे हमने पेंडेमिक जो कंट्रोल जो अथॉरिटी बनानी चाहिए, ताकि हमें देखना चाहिए भी किस एरिया में पेंडेमिक फैल रहा है, उसको इमीडिएटली रोकथाम करने के लिए कोशिश करनी चाहिए। वहां पे लोगों को एजुकेट करना चाहिए, सोशल डिस्टेंसिंग के बारे में एजुकेट करना चाहिए, मास्क पहनने के बारे में एजुकेट करना चाहिए, और उनको टेस्ट करके और उनको जो है आइसोलेशन सेंटर बनानी चाहिए, ताकि सरकार को ये जो कोविड का खौफ है वो कम हो सके। और दूसरी चीज, आजकल आपने देखा होगा डिजिटाइजेशन बहुत ज्यादा है। सरकार को साइबर क्राइम है उनके ऊपर सिक्योरिटी रिस्क को कम करना चाहिए। और तीसरी जो हमें, मैंने पहले भी कहा, ट्रेनिंग एंड स्किल्स, हमें ट्रेनिंग एंड स्किल्स के ऊपर बहुत जोर देना चाहिए। जो वर्कर्स हैं, जो काम कर रहे हैं, उनके ऊपर ट्रेनिंग करनी चाहिए, स्किल्स बढ़ाने चाहिए, ताकि दे कैन बिकम मोर प्रोडक्टिव। और उसके बाद सरकार को डायरेक्ट इकोनॉमिक पैकेज भी देना चाहिए। मेरे मुताबिक सिर्फ क्रेडिट से कोई हम सहायता दे रहे हैं उससे फायदा नहीं होगा। अगर हम डायरेक्ट इकोनॉमिक पैकेज देंगे ताकि वो अपने बलबूते से खड़े हो और उनको फेस करें। और चौथी जो चीज है, हमारे को जो पेमेंट्स है, जो पब्लिक सेक्टर की पेमेंट्स है, उनको टाइमली देना चाहिए, ताकि उनको डिले नहीं करना चाहिए, ताकि उनका जो है जो वर्किंग कैपिटल है चलता रहे। और आगे जो हमें करना चाहिए भी, स्टार्टअप, जो सरकार ने स्टार्टअप इंडिया का कंसेप्ट शुरू किया है, वो बहुत जरूरी है। मिस्टर सुधीर गोयल जी, क्या इंडस्ट्री के लोगों को लग रहा है कि सरकार धीरे धीरे ही सही लेकिन ईज ऑफ बिजनेस की तरफ कदम बढ़ा रही है, महत्वपूर्ण फैसले ले रही है? और क्या इंडस्ट्री से भी बात की जाती है, क्योंकि सरकार एक बड़े विजन के साथ चल रही है कि जिस तरीके से चाइना ने अपनी मार्केट बनाई है, अब हमें वहां कंपटीशन क्रिएट करना है। क्या आपको लगता है कि सरकार अब बढ़ रही है उस दिशा में, काम हो रहा है? जी डेफिनेटली हमारी सरकार उस दिशा में बढ़ रही है, बट द स्टेप्स आर वेरी स्लो। लाइक दीज काइंड ऑफ ईज ऑफ बिजनेस स्टेप्स हमें बाद में पोस्टमार्टम अप्रोच को छोड़ के
इमीडिएटली स्टेप्स को टेकअप किया जाए और इमीडिएटली इन चीज़ों में सुधार किया जाए तो इमीडिएटली उसके दो फायदे होंगे मैम। वन, एक तो हमारा टैक्स कलेक्शन जो है वो ड्रास्टिकली बढ़ जाएगा। दूसरा, हमारा बिजनेसमैन, हमारा इंडस्ट्रियलिस्ट, हमारा सिस्टम एक मतलब उसमें रिलैक्स हो जाएगा, एक कंफर्ट आ जाएगा काम करने में। बिल्कुल, लेकिन जिस तरीके से कोविड ने अचानक ना सिर्फ भारत की बल्कि पूरी दुनिया की अर्थव्यवस्था को उसकी कमर तोड़कर रख दी, इस तरीके के जो अनदेखे अचानक से हमले होते हैं अर्थव्यवस्था के ऊपर, उन चीजों से उबरने के लिए क्या इंडस्ट्री आगे के लिए तैयार है? I'll say no। अभी हमारी इंडस्ट्री या लोग मेंटली उस लेवल पे प्रिपेयर्ड नहीं है कि किसी भी तरह की फ्यूचर अनसर्टेनिटीज को हम बर्दाश्त कर पाए। अभी हमारा मेंटल सेटअप हमारे देश में वैसा नहीं है। I'll say that। डॉक्टर सुरेश के चड्ढा सर, यहाँ पर एक और महत्वपूर्ण सवाल ये भी है कि 1 साल से ज्यादा का वक्त हो गया है इस महामारी में हमें रहते हुए और इससे निपटते हुए, और जो हालात हमने पिछले साल देखे थे, हम उससे कितना सीख पाए हैं? खुद इंडस्ट्री कितना सीख पाई है और सरकार कितना सिखा पाई है? क्या नए तरीके से इंडस्ट्री चलाना और वर्कर से काम लेना, मजदूरों को काम देना और लेना, क्या इस बारे में हम कुछ सीख पाए हैं पिछले साल से? देखिए, मेरे मुताबिक हमें जो हेल्थ इंफ्रास्ट्रक्चर है उसके ऊपर बहुत जोर देना चाहिए, क्योंकि आज के टाइम में जो पेंडेमिक है, बहुत लोगों में एक तरह का स्ट्रेस है, एक तरह का उनमें एक तरह की खौफ भी है। उसको ओवरकम करने के लिए हमें हेल्थ इंफ्रास्ट्रक्चर ना केवल अर्बन एरिया में, हमें रूरल एरिया में भी डेवलप करना चाहिए, क्योंकि जो चीजें हैं, पहले मैंने आपको पहले ही बताया, अभी हमें रेगुलरली टेस्टिंग करानी चाहिए, लोगों की टेस्टिंग करनी चाहिए और उनके बाद उनको बताना चाहिए भी जो मास्क जो है बहुत जरूरी है। और तीसरी चीज जो मैं ये कहना चाहता हूँ कि आज के टाइम में जो सरकारें हैं, सरकारें को क्योंकि हम वर्क फ्रॉम होम सर्विसेज सेक्टर में तो कर सकते हैं, क्योंकि मैन्युफैक्चरिंग आप वर्क फ्रॉम होम नहीं कर सकते, वहां पे आपको एम्प्लॉय को लेकर ही जाना पड़ेगा, वहां पे उनको पूरे पुख्ता कदम उठाने चाहिए। सरकार को जब पता था सेकेंड वेव आ रही है, उनको प्रोएक्टिव होना चाहिए, पहले सारे इंतजाम करने चाहिए ताकि हम इस बीमारी से बच सके और हमारी इंडस्ट्रीज जो हैं वो आगे जाकर चल सके। सो मेरे मुताबिक बहुत बड़ा चैलेंज है और सरकार को, तभी मैं कहता हूँ हेल्थ इंफ्रास्ट्रक्चर को बहुत इम्प्रूव करना चाहिए। सुधीर गोयल जी, हमारे साथ जुड़ने के लिए बहुत बहुत शुक्रिया आपका। बहुत बहुत शुक्रिया डॉक्टर सुरेश जी हमसे बातचीत करने के लिए। Thank you everyone. It was a very valuable discussion. We are hopeful that the Business Conclave 2021 will help in uplifting the industrial sector so that it can flourish well post-pandemic situation. And now it's time for News 18 Punjab, Haryana, Himachal to felicitate one such personality, Mr. Sudhir Goyal, who is the Managing Director of Madhav KRG Group. इन्हां ने अपने मकसद ਨੂੰ ਹਾਸਲ ਕਰਨ ਦੇ ਲਈ ਊਰਜਾ ਤੇ ਕੁਦਰਤੀ ਸਰੋਤਾਂ ਦਾ ਬਖੂਬੀ ਇਸਤੇਮਾਲ ਕੀਤਾ ਹੈ। ਮਾਧਵ KRG ਗਰੁੱਪ ਨੇ ਮਜ਼ਬੂਤ ਮੁੱਲ ਵਿਧੀ ਦੇ ਕਰਕੇ ਆਪਣੇ ਗਾਹਕਾਂ ਤੇ ਸਟੇਕ ਹੋਲਡਰਸ ਦੇ ਨਾਲ ਮਜ਼ਬੂਤ ਸੰਬੰਧ ਬਣਾਏ ਨੇ। नमस्कार। सबसे पहले मैं न्यूज़ TV 18 PHH को इस इनिशिएटिव जो बिज़नेस कॉन्क्लेव के नाम से न्यूज़ TV 18 ने लिया है, इसके लिए बहुत बहुत अप्रिशिएट करता हूँ और थैंक्स करता हूँ कि न्यूज़ TV 18 ने हमें इसके लिए कंट्रीब्यूट करने के लिए इनवाइट किया। देन इस इनिशिएटिव पे मैं ये कहूँगा कि आज मीडिया की बहुत बड़ी रिस्पॉन्सिबिलिटी है कि वो इंडस्ट्री या बिज़नेस के व्यूज़ को गवर्नमेंट तक पहुँचाए और एक ब्रिज का काम करे, सो दैट ऑल्दो हमारी गवर्नमेंट्स काफ़ी प्रोएक्टिव अप्रोच से बिज़नेस की डेवलपमेंट के लिए काम कर रही हैं, बट स्टिल देयर आर गैप्स ऑलवेज देयर। सो उन गैप्स की फिलिंग के लिए न्यूज़ TV 18 ने जो ये इनिशिएटिव लिया है, एक बार अगेन मैं बहुत बहुत अप्रिशिएट करता हूँ एंड थैंक यू वेरी मच टू न्यूज़ TV 18। ਬਿਜ਼ਨਸ ਕੌਨਕਲੇਵ 2021 ਦੀ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਤਾਂ ਉਹ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ।